ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਪ੍ਰਾਪਤ ਹਨ। ਹਰ ਰੋਜ਼ ਦੀ ਤਰ੍ਹਾਂ ਸਰਬੱਤ ਮਾਈ ਭਾਈ ਗੁਰੂ ਸਾਹਿਬ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਹੋਇਆਂ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਵੰਸ਼ ਸ਼੍ਰੀਮਾਨ ਕਵੀ ਸੰਤ ਨੈਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਮਹਾਨ ਇਹ 10 ਪਾਤਸ਼ਾਹੀਆਂ ਦੇ ਇਤਿਹਾਸ ਦਾ ਗ੍ਰੰਥ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਹੈ ਉਹ ਚੱਲ ਰਹੀ ਹੈ। 5ਵੇਂ ਮਹੱਲੇ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਇਹ ਬਾਣੀ ਇੱਕ ਗ੍ਰੰਥ ਰੂਪ ਵਿੱਚ ਇਕੱਤਰ ਕਰਕੇ ਲਿਖਵਾ ਰਹੇ ਹਨ। ਕੱਲ ਆਪਾਂ ਲੜੀ ਤਹਿਤ ਇਹ ਪ੍ਰਸੰਗ ਕੇ ਫਿਰ ਜੋ 12 ਤੇ ਵਧੇਕ ਸ਼ਲੋਕ ਲਿਖਵਾਏ ਉਪਰੰਤ ਰਾਗਮਾਲਾ ਜੋ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਤਾਂ ਮਹਾਰਾਜ ਨੇ ਫਿਰ ਉਹ ਸਾਰੇ 6 ਰਾਗ 30 ਰਾਗਣੀਆਂ ਤੇ ਅੱਗੇ 48 ਪੁੱਤਰ ਇਹ ਸਾਰਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। 18 10 20 ਕਿ ਕਿਵੇਂ ਮਹਾਰਾਜ ਨੇ ਉਪਕਰਮ ਤੇ ਉਪ ਸ਼ਿੰਗਾਰ ਸੱਸੇ ਤੋਂ ਆਰੰਭਤਾ ਸੱਸੇ ਪਰ ਸਮਾਪਤੀ ਇਹ ਸਾਰਾ ਮਹਾਰਾਜ ਨੇ ਕਿਵੇਂ ਬਚਨ ਕੀਤੇ। ਉਪਰੰਤ ਫਿਰ ਭਾਈ ਇੱਕ ਸਰੂਪ ਤੋਂ ਅੱਗੇ ਬਹੁਤੇ ਸਰੂਪ ਕਿਵੇਂ ਹੋਏ। ਹੁਣ ਇਸ ਦਾ ਭਾਵ ਕੀ ਹੈ, ਕਿਉਂਕਿ ਪਹਿਲਾਂ 10 ਪਾਤਸ਼ਾਹੀਆਂ ਸਰੀਰ ਰੂਪ ਵਿੱਚ ਇੱਕ ਰੂਪ ਹੈ ਗੁਰੂ ਦਾ,
ਫਿਰ ਅਟਲ ਸਰੂਪ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਪਾਵਨ ਸਰੂਪ ਅੱਗੇ ਤੋਂ ਅੱਗੇ ਬਹੁਤੇ ਇਹ ਮਹਾਰਾਜ ਦੇ ਜਿਹੜੇ ਭਵਿੱਖਤ ਬਚਨ ਹੈ ਉਹਨਾਂ ਦਾ ਆਧਾਰ ਕੀ ਬਣਿਆ। ਕੱਲ ਥੋੜਾ ਆਪਾਂ ਵਿਚਾਰ ਕੀਤੀ ਕਿ ਮਾਂਗਟ ਨਗਰ ਦੇ ਰਹਿਣ ਵਾਲੇ ਜੋ ਬਹੁਤ ਹੀ ਨਾਮ ਰਸੀਏ ਸਨ ਭਾਈ ਬੰਨੋ ਜੀ ਗੁਰੂ ਮਹਾਰਾਜ ਜੀ ਦੇ ਕੋਲ ਆਏ ਹਨ ਤੇ ਜਿਲਦ ਬਣਵਾਉਣ ਵਾਸਤੇ ਭਾਈ ਬੰਨੋ ਜੀ ਦੀ ਡਿਊਟੀ ਲਾਈ ਸੀ ਮਹਾਰਾਜ ਨੇ। ਤੇ ਉਹ ਕਹਿਣ ਲੱਗਿਆ ਜੀ ਵੀ ਕਿਰਪਾ ਕਰੋ, ਮੈਂ ਚਾਹੁੰਦਾ ਮੈਂ ਆਪਣੇ ਨਗਰ ਵੀ ਜੋ ਹੈ ਦਰਸ਼ਨ ਕਰਵਾ ਦਿਆਂ ਸੰਗਤਾਂ ਨੂੰ, ਨਾਲੇ ਲਾਹੌਰ ਤੋਂ ਜਿਲਦ ਸਾਰੀ ਤਿਆਰ ਕਰਵਾ ਲਿਆਂਦੀ ਜਾਵੇਗੀ। ਤਾਂ ਗੁਰੂ ਮਹਾਰਾਜ ਨੇ ਇਹ ਫਿਰ ਬਚਨ ਕਹੇ ਸੀ ਕਿ ਭਾਈ ਬੰਨੋ ਇੱਕ ਰਾਤ ਹੀ ਤੂੰ ਰਹਿ ਸਕਦਾ ਹੈ, ਆਪਣੇ ਨਗਰ ਦਰਸ਼ਨ ਕਰਵਾ ਸਕਦਾ ਹੈ। ਤੋ ਕੱਲ ਆਪਾਂ ਇੱਥੇ ਤੱਕ ਵਿਚਾਰ ਕੀਤੀ ਹੈ। ਭਾਈ ਬੰਨੋ ਜੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਏ, ਬੇਨਤੀ ਕੀਤੀ ਕਿ ਤੁਸੀਂ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਜਹਾਜ਼ਵਤ ਰਚਨਾ ਕੀਤਾ ਹੈ। ਤੋ ਕਿਰਪਾ ਕਰੋ ਮਹਾਰਾਜ ਜੀ, ਅਸੀਂ ਸੰਗਤ ਨੂੰ ਦਰਸ਼ਨ ਕਰਵਾ ਲਈਏ। ਦੇਸ ਵਿਖੇ ਸੰਗਤ ਸਮੁਦਾਈ ਦਰਸ਼ਨ ਕਰਿਓ ਚਹਿਤ ਹਿਤ ਲਾਈ। ਸੰਗਤਾਂ ਦਰਸ਼ਨ ਕਰਨੇ ਚਾਹੁੰਦੀਆਂ ਹਨ। ਆਓ ਅਗਲਾ ਪ੍ਰਸੰਗ ਪ੍ਰੇਮ ਸਤਿਕਾਰ ਦੇ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਬੰਨੋ ਕੀ ਬੇਨਤੀ, ਤੂਸਨ ਭਏ ਸੁਜਾਨ। ਭਾਈ ਬੰਨੋ ਜੀ ਦੀ ਬੇਨਤੀ ਸੁਣ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਤੂਸਨ ਕਹੀਏ ਚੁੱਪ ਕਰਨਾ, ਸੁਜਾਨ ਦਾ ਭਾਵ ਹੈ ਚਤੁਰ, ਸਭ ਤਰ੍ਹਾਂ ਦੇ ਜਾਣਨੇ ਵਾਲੇ ਮਾਲਕ ਚੁੱਪ ਕਰ ਗਏ ਹਨ। ਦੇਹ ਕੇ ਨਾਹੀ ਵਿਚਾਰਿਓ, ਪੁਨ ਭਵਿਖਿਅਤ ਜਾਨ। ਕਿ ਸਰੂਪ ਇਹਨਾਂ ਨੂੰ ਦਈਏ ਜਾਂ ਨਾ, ਇਸ ਗੱਲ ਦੀ ਵਿਚਾਰ ਕੀਤੀ। ਫਿਰ ਭਾਈ ਭਵਿੱਖ ਰੂਪ ਵਿੱਚ ਜਾਣ ਕੇ ਕਿ ਅੱਗੇ ਭਵਿੱਖ ਵਿੱਚ ਕਿਆ ਹੋਣਾ ਹੈ ਇਹ ਜਾਣ ਕਰ ਚੌਪਈ ਤਬ ਬੋਲੇ ਸ੍ਰੀ ਗੁਰ ਗੋਸਾਈ। ਤਦ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਲਕ ਸਤਿਗੁਰੂ ਜੀ ਕਹਿਣ ਲੱਗੇ, ਬੇਖਮ ਬਾਤ ਇਹ ਬੰਨੋ ਭਾਈ। ਕਿ ਹੇ ਭਾਈ ਬੰਨੋ, ਇਹ ਜਿਹੜੀ ਗੱਲ ਤੁਸੀਂ ਕਹੀ ਹੈ ਸਰੂਪ ਲਿਜਾਣ ਦੀ, ਇਹ ਕਠਨ ਹੈ। ਏਕ ਅਹੈ ਕਿਮ ਦਿਓ ਨ ਜਾਈ। ਕਿਉਂਕਿ ਇੱਕ ਸਰੂਪ ਹੈ, ਕਿਸੇ ਵੀ ਤਰ੍ਹਾਂ ਇਉਂ ਨਹੀਂ ਦਿੱਤਾ ਜਾ ਸਕਦਾ। ਨਹਿ ਦੈ ਹੈ ਤੋ ਮਾਨ ਘਟਾਈ। ਪਰ ਹੁਣ ਤੁਸੀਂ ਬੇਨਤੀ ਕਰਤੀ, ਜੇ ਹੁਣ ਤੁਹਾਨੂੰ ਇਹ ਸਰੂਪ ਨਹੀਂ ਦਿੰਦੇ ਤਾਂ ਫਿਰ ਤੁਹਾਡਾ ਮਾਣ ਘਟਦਾ ਹੈ। ਆਨ ਬਨ ਬਨੀ ਕਹੈ ਕਿਆ ਤੋਹੀ। ਹੇ ਭਾਈ ਬੰਨੋ, ਇਹ ਤੁਸੀਂ ਕੀ ਕਹਿ ਦਿੱਤਾ, ਕੀ ਮੰਗ ਰੱਖ ਲਈ, ਇਹ ਅਣਬਣ ਬਣ ਗਈ ਹੈ। ਅਬ ਸੁਨ ਲੇਹੋ ਨੀਕ ਜਿਮ ਹੋਹੀ। ਹੁਣ ਇਹ ਸੁਣ ਲੈ ਭਾਈ ਬੰਨੋ, ਜੋ ਇਹ ਨੀਕ ਜਿਮ ਹੋਈ, ਜੋ ਚੰਗਾ ਜਿਸ ਤਰ੍ਹਾਂ ਹੋਣਾ ਹੈ। ਆਪਣੀ ਪੂਰੀ ਰਾਖ ਇੱਕ ਰਾਤੀ। ਆਪਣੇ ਨਗਰ ਮਾਂਗਟ ਵਿੱਚ ਇੱਕ ਰਾਤ ਤੂੰ ਇਹ ਸਰੂਪ ਰੱਖ ਸਕਦਾ ਹੈ। ਲੈ ਕਰ ਹਟੋ ਹੋਏ ਜਬ ਪ੍ਰਾਤੀ। ਤੇ ਜਦੋਂ ਸਵੇਰ ਹੋਈ ਤਾਂ ਵਾਪਸ ਲੈ ਕਰ ਆ ਜਾਵੀਂ। ਦੋਤੀਏ ਰਾਤ ਰਾਖੋ ਨਹਿ ਕੈਸੇ। ਦੂਜੀ ਰਾਤ ਆਪਣੇ ਨਗਰ ਕਿਸੇ ਵੀ ਤਰ੍ਹਾਂ ਇਹ ਪਾਵਨ ਸਰੂਪ ਨਹੀਂ ਰੱਖਣਾ। ਅਬ ਲੈ ਜਾਹੂ ਲਿਆਓ, ਅਬ ਲੈ ਜਾਹੂ ਲਿਆਏ ਪੁਨ ਤੈਸੇ। ਹੁਣ ਤੁਸੀਂ ਲੈ ਜਾਵੋ
ਤੇ ਉਸੇ ਤਰ੍ਹਾਂ ਹੀ ਫਿਰ ਵਾਪਸ ਲੈ ਆਇਓ। ਆਦਬ ਸਾਥ ਰਾਖੋ ਚੁਕ ਸਾਈ। ਭਾਈ ਬੰਨੋ ਪੂਰਾ ਆਦਬ ਰੱਖਣਾ ਤੇ ਪੂਰੀ ਚੌਕਸੀ ਰੱਖਣੀ ਹੈ। ਸੰਗਤ ਅਲ ਬਲ ਸਮਦਾਈ। ਤੇ ਜਿੰਨੀ ਵੀ ਸੰਗਤ ਹੈ ਉਹ ਭੌਰੇ ਬੱਤ ਸਾਰੇ ਪਾਸੇ ਇਕੱਤਰ ਹੋਵੇਗੀ। ਇਮ ਕਹਿ ਤਬ ਖਾਸਾ ਮੰਗਵਾਇਓ। ਇਸ ਤਰ੍ਹਾਂ ਕਹਿ ਕੇ ਫਿਰ ਮਹਾਰਾਜ ਜੀ ਨੇ ਖਾਸਾ ਪਾਲਕੀ ਮੰਗਵਾਈ ਹੈ। ਸ੍ਰੀ ਗ੍ਰੰਥ ਅਸਥਾਪ ਕਰਾਇਓ। ਜੋ ਭਾਈ ਗੁਰਦਾਸ ਜੀ ਤੋਂ ਪਾਵਨ ਸਰੂਪ ਲਿਖਵਾਏ ਉਹ ਪਾਲਕੀ ਵਿੱਚ ਸਥਾਪਨ ਕਰਾ ਦਿੱਤੇ। ਸ਼ਬਦ ਪੜਤ ਬੰਨੋ ਲੈ ਚਾਲਾ। ਭਾਈ ਬੰਨੋ ਗੁਰਬਾਣੀ ਸ਼ਬਦ ਪੜ੍ਹਦੇ ਹੋਏ ਪਾਲਕੀ ਲੈ ਚੱਲੇ ਹਨ। ਸੰਗਤ ਜਿਸ ਕੇ ਸੰਗ ਵਿਸਾਲਾ। ਜੋ ਭਾਈ ਬੰਨੋ ਜੀ ਤੇ ਹੋਰ ਬੇਅੰਤ ਸੰਗਤਾਂ ਨਾਲ ਹਨ। ਇਤ ਸ੍ਰੀ ਸਤਿਗੁਰ ਜੀ ਫੁਰਮਾਇਓ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਇਹ ਬਚਨ ਕਹੇ। ਲਾਗਿਓ ਡੇਰਾ ਸਭ ਉਚਵਾਇਓ। ਜਿਹੜੇ ਤੰਬੂ ਲੱਗੇ ਹੋਏ ਸੀ ਰਾਮਸਰ ਸਾਹਿਬ ਉਹ ਸਾਰੇ ਹੁਣ ਮਹਾਰਾਜ ਨੇ ਚੁਕਵਾ ਦਿੱਤੇ ਹਨ। ਆਏ ਸੁਧਾਸਰ ਨਿਜ ਗ੍ਰਹਿ ਮਾਹੇ। ਫਿਰ ਅੰਮ੍ਰਿਤਸਰ ਆਪਣੇ ਗ੍ਰਹਿ ਘਰ ਵਿੱਚ ਆ ਗਏ ਹਨ। ਹਰ ਮੰਦਰ ਦੀਵਾਨ ਲਗਾਹੇ। ਤੇ ਹਰੀ ਮੰਦਰ ਸਾਹਿਬ ਅੰਦਰ ਦੀਵਾਨ ਸਜਾਇਆ ਹੈ। ਉਤ ਬੰਨੋ ਪੁਰ ਨਿਕਸ ਵਿਚਾਰਾ। ਉਧਰ ਭਾਈ ਬੰਨੋ ਜੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਨਿਕਲੇ ਤੇ ਮਨ ਦੇ ਵਿੱਚ ਇਹ ਵਿਚਾਰ ਕਰ ਲਈ ਕਿਮ ਇਹ ਲਿਖਿਓ ਜਾਏ ਅਬ ਸਾਰਾ। ਕਿ ਸਰੂਪ ਇੱਕ ਹੈ। ਜਦੋਂ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋ ਗਏ ਫਿਰ ਇਹ ਸਰੂਪ ਕਿਤੇ ਨਹੀਂ ਲਿਜਾਏ ਜਾ ਸਕਦੇ। ਇਸ ਕਰਕੇ ਇੱਕ ਸਰੂਪ ਕੋਈ ਉਤਾਰਾ ਕਰ ਲਈਏ ਤਾਂ ਕਿ ਹੋਰ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਸਕਣ। ਤਾਂ ਇਹ ਕਿਸ ਤਰ੍ਹਾਂ ਹੁਣ ਸਾਰਾ ਸਰੂਪ ਲਿਖਿਆ ਜਾ ਸਕਦਾ ਹੈ। ਏਕ ਨਿਸਾ ਗੁਰ ਆਇਸ ਭਨੀ। ਜੋ ਮਹਾਰਾਜ ਨੇ ਇਹ ਆਗਿਆ ਕੀਤੀ ਹੈ ਕਿ ਆਪਣੇ ਨਗਰ ਇੱਕੋ ਹੀ ਰਾਤ ਰੁਕਣਾ ਹੈ। ਲਿਖਿਓ ਨਾ ਜਾਏ ਬਾਤ ਅਨਬਨੀ। ਇਸ ਤਰ੍ਹਾਂ ਤਾਂ ਫਿਰ ਉਤਾਰਾ ਹੋਣਾ ਨਹੀਂ ਹੈ। ਹੋਰ ਸਰੂਪ ਵੇਖ ਕਰਕੇ ਲਿਖਿਆ ਨਹੀਂ ਜਾਣਾ। ਇਹ ਧਿਆਨ ਬਨ ਹੋ ਜਾਵੇਗੀ। ਤਬ ਵਿਚਾਰ ਉਰ ਮਹਿ ਹੋਏ ਆਵਾ। ਤਾਂ ਫਿਰ ਉਹਦੇ ਹਿਰਦੇ ਵਿੱਚ ਮਨ ਵਿੱਚ ਐਸੀ ਵਿਚਾਰ ਬਣ ਆਈ। ਡੇਰਾ ਕਰੇ ਕੋਸ ਇਕਠਾਵਾ। ਵੀ ਇਉਂ ਕਰਿਆ ਕਰੀਏ ਇੱਕ ਕੋਹ ਚੱਲ ਕੇ ਡੇਰਾ ਕਰ ਲਿਆ ਕਰੀਏ। ਇਸ ਤਰ੍ਹਾਂ ਭਾਈ ਬੰਨੋ ਜੀ ਨੇ ਤਬਹਿ ਲਖਾਰੀ ਦੀਏ ਲਗਾਏ। ਤੇ ਬਹੁਤ ਲਖਾਰੀ ਜਿਹੜੇ ਸਨ ਭਾਈ ਬੰਨੋ ਜੀ ਦੇ ਨਾਲ ਸੀ ਹੋਰ ਉਹ ਸੱਦ ਕਰਕੇ ਲਾ ਦਿੱਤੇ। ਕਿਉਂਕਿ ਜਲਦ ਅਜੇ ਸਰੂਪ ਦੀ ਬਣਵਾਉਣੀ ਸੀ। ਸਾਰਿਆਂ ਨੂੰ ਕਿਸੇ ਨੂੰ ਕਹਿ ਤੂੰ ਕਿੰਨੇ ਅੰਗ ਲਿਖੇਗਾ ਕਿੰਨੇ। ਇੱਕ ਕੋ ਚੱਲਿਆ ਕਰਨ ਫੇਰ ਰੁਕ ਜਾ ਕਰਨ। ਇਹ ਮਨ ਵਿੱਚ ਹੋ ਗਿਆ ਕਿ ਮਹਾਰਾਜ ਨੇ ਕਿਹਾ ਸੀ ਇੱਕ ਰਾਤ ਨਗਰ ਵਿੱਚ ਰੁਕਣਾ ਹੈ। ਆਪਾਂ ਇਉਂ ਕਰਦੇ ਹਾਂ ਵੀ ਨਗਰ ਵਿੱਚ ਹੀ ਇੱਕ ਰਾਤ ਹੈ। ਪਹਿਲਾਂ ਬਾਕੀ ਰਾਹ ਦੇ ਵਿੱਚ ਕੱਢ ਲੈਂਦੇ ਆ ਵੱਧ ਤੋਂ ਵੱਧ ਸਮਾਂ। ਇਸ ਕਰਕੇ ਇਹ ਤਾਂ ਨਹੀਂ ਕਿਹਾ ਵੀ ਰਸਤੇ 'ਚ ਨਾ ਰੁਕੀ। ਰਸਤੇ ਰਾਹ ਨਹੀਂ ਆਪਾਂ ਨਗਰ 'ਚ ਕੋਈ ਰਾਤ ਕੱਟਾਂਗੇ। ਗੁਰੂ ਦੇ ਬਚਨ ਨੂੰ ਇਸ ਭਾਵ ਵਿੱਚ ਲੈ ਲਿਆ ਤੇ ਇੱਕ ਇੱਕ ਕੋਹ ਤੇ ਡੇਰਾ ਕਰਦੇ ਰਹੇ। ਲਿਖਾਰੀ ਜਿਹੜੇ ਹਨ ਤਬਹਿ ਲਿਖਾਰੀ ਦੀਏ ਲਗਾਏ। ਭਾਈ ਬੰਨੋ ਜੀ ਨੇ ਫਿਰ ਲਿਖਾਰੀ ਲਾ ਦਿੱਤੇ। ਲਿਖੋ ਸ਼ਤਾਬੀ ਅਰ ਸਮਦਾਏ। ਕਿ ਸਾਰੇ ਭਾਈ ਜੋ ਹੈ ਬਾਣੀ ਤੁਸੀਂ ਬਹੁਤ ਛੇਤੀ ਨਾਲ ਲਿਖੋ। ਆਪਨ ਪੁਰੀ ਲਗ ਇੱਕ ਇੱਕ ਕੋਸ। ਆਪਣੇ ਨਗਰ ਮਾਂਗਟ ਤੱਕ ਇੱਕ ਇੱਕ ਕੋਹ ਉੱਪਰ
ਡੇਰਾ ਕਰਤ ਲਿਖਿਓ ਆਤੋਸ। ਇਹ ਡੇਰਾ ਕਰਦਾ ਰਿਹਾ ਤੇ ਇਸ ਤਰ੍ਹਾਂ ਆਤੋਸ ਜਿਹੜਾ ਹੈ ਅੱਧਾ ਨਿਸਫ ਕਹਿ ਦਿੰਦੇ ਆ। ਇਹ ਸਰੂਪ ਜੋ ਹੈ ਉਹ ਲਿਖ ਲਿਆ ਰਸਤੇ ਵਿੱਚ। ਇੱਕ ਨਿਸ ਬਸ ਕਰ ਨਿਜ ਘਰ ਮਾਹੂ। ਤੇ ਇੱਕ ਰਾਤ ਫਿਰ ਆਪਣੇ ਘਰ ਦੇ ਵਿੱਚ ਰਹਿ ਕਰਕੇ ਹਟੇ ਕੋਸ ਇੱਕ ਡੇਰਾ ਰਾਹੂ। ਤੇ ਉੱਥੋਂ ਫਿਰ ਇੱਕ ਇੱਕ ਕੋਹ ਤੇ ਡੇਰਾ ਕਰਦੇ ਹੋਏ ਵਾਪਸ ਆ ਗਏ। ਬਾਣੀ ਕਚਕ ਬਧੀਕ ਲਿਖਾਈ। ਇਉਂ ਲਿਖਾਉਂਦੇ ਰਹੇ ਤੇ ਕੁਝ ਕੁ ਬਾਣੀ ਜਿਹੜੀ ਸੀ ਉਹ ਵੱਧ ਲਿਖਵਾ ਦਿੱਤੀ। ਭਾਈ ਬੰਨੋ ਜੀ ਦੇ ਕੰਠ ਸਨ ਕੋਈ ਐਸੇ ਸ਼ਬਦ ਤੇ ਉਹ ਵੀ ਵਿੱਚ ਲਿਖਵਾ ਦਿੱਤੇ। ਸਿੱਖਨ ਤੇ ਸੋ ਪੋਥੀ ਪਾਈ। ਸੰਤ ਰੇਣ ਜੀ ਕਹਿੰਦੇ ਕੁਝ ਸ਼ਬਦਾਂ ਦੀ ਪੋਥੀ, ਕੁਝ ਸ਼ਬਦ ਸਿੱਖਾਂ ਕੋਲੋਂ ਜੋ ਹਨ ਭਾਈ ਬੰਨੋ ਜੀ ਨੂੰ ਪ੍ਰਾਪਤ ਹੋਏ ਸੀ। ਸਾਰੰਗ ਸ਼ਬਦ ਸੂਰ ਕਾ ਗਾਇਓ। ਜੋ ਭਾਈ ਸਾਰੰਗ ਰਾਗ ਦੇ ਵਿੱਚ ਭਗਤ ਸੂਰਦਾਸ ਜੀ ਦਾ ਉਹ ਸ਼ਬਦ ਉਸ ਭਾਈ ਬੰਨੋ ਵਾਲੀ ਬੀੜ ਵਿੱਚ ਪੂਰਾ ਲਿਖ ਦਿੱਤਾ। ਜੋ ਹੈ ਤਾਂ ਇੱਕ ਪੰਗਤੀ, ਛਾੜ ਮਨ ਹਰ ਬਿਮੁਖਨ ਕੋ ਸੰਗ। ਵੀ ਜ਼ਿੰਦਗੀ ਦਾ ਤੱਤ ਸਾਰੇ ਜੀਵਨ ਸਫਲ ਕਿਵੇਂ ਹੋਵੇ। ਭਗਤ ਸੂਰਦਾਸ ਜੀ ਨੇ ਇੱਕੋ ਹੀ ਪੰਗਤੀ ਗੱਲ ਕਿ ਭਾਈ ਬੇਮੁਖਾਂ ਦਾ ਸੰਗ ਨਾ ਕਰਿਓ। ਜਿਹੜੇ ਗੁਰੂ ਤੋਂ ਤੋੜਨ ਵਾਲੀ ਬਾਤ ਕਰਨ ਬੇਮੁਖ ਹੈ ਉਹਨਾਂ ਦਾ ਸੰਗ ਨਹੀਂ ਕਰਨਾ, ਤਰ ਜਾਵੋਗੇ। ਫਿਰ ਅੱਗੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਭਗਤ ਸੂਰਦਾਸ ਜੀ ਨੂੰ ਸ਼ਬਦ ਰੂਪ ਸਰੋਪਾਓ ਦਿੰਦਿਆਂ ਹੋਇਆ ਸ਼ਬਦ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਭਗਤ ਸੂਰਦਾਸ ਦੇ ਨਾਮ ਤੇ ਉਚਾਰਿਆ। ਪਰ ਇੱਧਰ ਭਾਈ ਬੰਨੋ ਜੀ ਨੂੰ ਕਿਸੇ ਨੇ ਉਹ ਇਸ ਤਰ੍ਹਾਂ ਪੂਰਾ ਲਿਖ ਕੇ ਸ਼ਬਦ ਦੇਤਾ। ਇਹਨਾਂ ਨੇ ਉਹ ਪੰਗਤੀ ਦੇ ਨਾਲ ਸਾਰਾ ਅੱਗੇ ਸ਼ਬਦ ਪੂਰਾ ਬਣਾ ਕੇ ਲਿਖ ਦਿੱਤਾ। ਸਾਰੰਗ ਰਾਗ ਹੈ, ਸਾਰੰਗ ਸ਼ਬਦ ਸੂਰ ਕਾ ਗਾਇਓ। ਸੂਰ ਭਾਵ ਭਗਤ ਸੂਰਦਾਸ ਜੀ ਦਾ ਉਹ ਸ਼ਬਦ ਗਾਇਆ ਲਿਖਿਆ ਹੈ। ਤਹਿ ਤੁਕ ਇੱਕ ਸਾਰਾ ਇਤ ਪਾਇਓ। ਹੈ ਤੇ ਇੱਕ ਪੰਗਤੀ ਪਰ ਇਹਨਾਂ ਨੇ ਸਾਰਾ ਇਉਂ ਲਿਖ ਦਿੱਤਾ ਦੋਹਰਾ। ਛੱਡ ਮਨ ਹਰ ਬੇਮੁਖਨ ਸੰਗ। ਸ਼ਬਦ ਲਿਖੋ ਸ਼ਬਦ ਇਹੋ ਲਿਖ ਲੀਨ। ਜੋ ਭਗਤ ਸੂਰਦਾਸ ਜੀ ਨੇ ਛਾੜ ਮਨ ਹਰ ਬੇਮੁਖਨ ਕੋ ਸੰਗ, ਦੋ ਇਹਦੇ ਅਰਥ ਬਣਦੇ ਆ ਕਿ ਹੇ ਮਨਾ ਤੂੰ ਹਰੀ ਨੂੰ ਛੱਡਤਾ ਤੇ ਬੇਮੁਖਾਂ ਦਾ ਸੰਗ ਕਰੀ ਜਾਂਦਾ, ਜੋ ਮਾੜੀ ਗੱਲ ਹੈ। ਛਾੜ ਮਨ ਹਰ ਬੇਮੁਖਨ ਕੋ ਸੰਗ। ਵੀ ਹੇ ਮਨਾ ਹਰੀ ਪਰਮੇਸ਼ਰ ਦਾ ਨਾਮ ਜਪ, ਜਿਹੜਾ ਬੇਮੁਖਾਂ ਦਾ ਸੰਗ ਹੈ ਉਹ ਛੱਡ ਦੇ। ਹਰ ਜਿਹੜਾ ਵਾ ਉਹ ਫਿਰ ਪਾਦ ਰੂਪ ਲੈ ਲਿਆ ਕਿ ਹਰੀ ਇਹ ਵਾਹਿਗੁਰੂ ਪਰਮਾਤਮਾ ਹੈ, ਉਹਦੇ ਨਾਲ ਹੀ ਜੁੜਨਾ ਹੈ। ਮਨਾ ਬੇਮੁਖਾਂ ਦੇ ਸੰਗ ਵਿੱਚ ਨਹੀਂ ਜਾਣਾ ਹੈ। ਇਹ ਜਿਹੜਾ ਸ਼ਬਦ ਸੀ ਇਹ ਪੂਰਾ ਬਣਾ ਕੇ ਲਿਖ ਦਿੱਤਾ। ਮੀਰਾਂ ਬਾਈ ਸ਼ਬਦ ਪੁਨ ਔਰ ਲਿਖੇ ਚਿਤ ਚੀਨ। ਫਿਰ ਭਾਈ ਇੱਕ ਮੀਰਾਂ ਬਾਈ ਦਾ ਸ਼ਬਦ ਬਣਾ ਕੇ ਜੋ ਕਿਸੇ ਕੋਲੋਂ ਪ੍ਰਾਪਤ ਹੋਇਆ ਭਾਈ ਬੰਨੋ ਜੀ ਨੇ, ਉਹ ਵੀ ਨਾਲ ਵੀ ਸ਼ਾਇਦ ਇਹ ਲਿਖਣ ਵੱਲੋਂ ਨਾ ਰਹਿ ਗਿਆ ਹੋਵੇ। ਇਸ ਤਰ੍ਹਾਂ ਉਹ ਜਿਹੜਾ ਉਤਾਰਾ ਕਰਾਇਆ ਉਸ ਰੂਪ ਦੇ ਵਿੱਚ ਚਿੱਤ ਵਿੱਚ ਇਹ ਜਾਣ ਕਰਕੇ ਹੋਰ ਲਿਖ ਦਿੱਤਾ। ਮਨੋ ਹਮਾਰੋ ਬਾਂਧਿਓ ਗੁਣ ਮਾਰੂ ਸ਼ਬਦ ਲਿਖਾਏ। ਇਹ ਆਪਣੇ ਮਨੋਂ ਹੀ ਮਨੋ ਹਮਾਰੋ ਬਾਂਧਿਓ, ਇਹ ਮਾਰੂ ਕੁਝ ਮਾਰੂ ਰਾਗ ਦੇ ਵਿੱਚ ਹੋਰ ਜਿਹੜਾ ਸ਼ਬਦ ਹੈ ਉਹ ਲਿਖਵਾ ਦਿੱਤੇ। ਜਿਤ ਦਰ ਲਖ ਮੁਹੰਮਦਾ ਸ਼ਲੋਕ ਤੀਨ ਲਿਖ ਪਾਏ। ਉਹ ਇਸ ਤਰ੍ਹਾਂ ਜਿਤ ਦਰ ਲਖ ਮੁਹੰਮਦਾ, ਵੀ ਜਿਹਦੇ ਦਰ ਤੇ ਲੱਖਾਂ ਹੀ ਮੁਹੰਮਦ ਹਨ, ਇਸ ਤਰ੍ਹਾਂ ਦੇ ਸ਼ਲੋਕ ਇਹ ਤਿੰਨ ਭਾਈ ਲਿਖ ਦਿੱਤੇ ਹਨ। ਚੌਪਈ
ਬਾਏ ਆਤਿਸ 16 ਸਾਲੋਕ। ਤੇ ਇਹ ਸਾਰੇ ਜਿੰਨੇ ਵੀ ਹਨ ਇਹ ਭਾਈ 16 ਇਉਂ ਬਣਾ ਕਰਕੇ ਸ਼ਲੋਕ ਜਿਹੜੇ ਹਨ ਉਹ ਲਿਖ ਦਿੱਤੇ ਹਨ। ਰਸਤੇ ਵਿੱਚ ਉਹ ਜਿਹੜੀ ਭਾਈ ਬੰਨੋ ਜੀ ਵਾਲੀ ਬੀੜ ਹੈ ਉਸ ਦੇ ਵਿੱਚ ਇਸ ਤਰ੍ਹਾਂ ਕੁਝ ਵੱਧ ਹਨ। ਤੇ ਇਉਂ ਇਹ ਜਿਹੜੇ ਹੈ ਜਿਹੜੇ ਸ਼ਲੋਕ ਨੇ ਉਹ ਭਾਈ 16 ਇਤਿਆਦਿਕ ਜ਼ਿਆਦਾ ਲਿਖ ਦਿੱਤੇ। ਰਤਨ ਮਾਲ ਲਿਖ ਲਈ ਅਲੋਕ। ਇੱਕ ਹੋਰ ਬਾਣੀ ਰਤਨਮਾਲਾ ਨਾਮ ਦੀ ਉਹ ਵਿੱਚ ਲਿਖ ਲਈ। ਰਾਹਾ ਮੁਕਾਮ ਕੀ ਸਾਖ ਲਿਖਾਈ। ਇੱਕ ਸਾਖੀ ਵਿੱਚ ਲਿਖਾ ਦਿੱਤੀ ਰਾਹ ਮੁਕਾਮ ਦੇ ਰਸਤੇ ਦੀ। ਜੋ ਪੈੜਾ ਪੋਥੀ ਲੈ ਆਈ। ਜੋ ਪੈੜਾ ਨਾਮ ਦਾ ਸਿੱਖ ਸੀ ਉਹ ਪੋਥੀ ਲੈ ਕੇ ਆਇਆ ਸੀ। ਤੇ ਜਿਹੜਾ ਆਪਾਂ ਪ੍ਰਾਣ ਸੰਗਲੀ ਉਹਦੇ ਵਿੱਚੋਂ ਕੁਝ ਲਿਖਵਾ ਦਿੱਤਾ। ਲਵਪੁਰ ਜਿਲਦ ਗ੍ਰੰਥ ਬਣਵਾਈ। ਇਹ ਲਾਹੌਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਭਾਈ ਬੰਨੋ ਜੀ ਨੇ ਬਣਵਾਈ ਹੈ। ਚੱਲੇ ਗੁਰੂ ਦਿਸ ਦੇਰ ਨਾ ਲਾਈ। ਫਿਰ ਗੁਰੂ ਮਹਾਰਾਜ ਵੱਲ ਨੂੰ ਚੱਲ ਪਏ, ਦੇਰੀ ਨਹੀਂ ਲਾਈ। ਸੁਧਾ ਸਰੋਵਰ ਆਵਤ ਭਏ। ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਹਨ। ਸ੍ਰੀ ਗੁਰ ਹਰ ਮੰਦਰ ਥਿਤ ਥਏ। ਸ੍ਰੀ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਹਰਮੰਦਰ ਸਾਹਿਬ ਵਿੱਚ ਬਿਰਾਜਮਾਨ ਸਨ। ਦੋਹਰਾ ਆਵਤ ਦੇਖਿਓ ਗ੍ਰੰਥ ਕੋ। ਉੱਠੇ ਪ੍ਰਭੂ ਹਰ ਖਾਏ। ਤੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਉਂਦੇ ਵੇਖਿਆ ਤੇ ਮਹਾਰਾਜ ਪ੍ਰਸੰਨ ਹੋ ਕੇ ਉੱਠੇ ਆ। ਇਹ ਵੈਸੇ ਭਾਈ ਬੰਨੋ ਜੀ ਰਾਮਸਰ ਸਾਹਿਬ ਵਾਲੇ ਸਥਾਨ ਤੇ ਸਰੂਪ ਲਿਆਏ ਸੀ। ਉੱਥੋਂ ਨਗਰ ਕੀਰਤਨ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਸ਼ਬਦ ਗਾਇਨ ਕਰਦੀਆਂ ਉਪਮਾ ਕਰਦੇ ਹੋਏ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਭਾਦਰੋਂ ਸੁਦੀ ਏਕਮ 1661 ਬਿਕਰਮੀ ਨੂੰ ਪਹਿਲਾ ਪ੍ਰਕਾਸ਼ ਹੋਇਆ ਹੈ। ਤੇ ਬਾਬਾ ਬੁੱਢਾ ਜੀ ਗ੍ਰੰਥੀ ਸਿੰਘ ਥਾਪੇ ਗਏ ਜੋ ਪਹਿਲੇ ਇਹ ਮਰਜ਼ਾਦਾ ਚੱਲੀ। ਗ੍ਰੰਥੀ ਭਾਵ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੀ ਸੇਵਾ ਕਰਨ ਵਾਲਾ ਉਸ ਨੂੰ ਕਿਹਾ ਜਾਂਦਾ ਹੈ। ਤੋ ਇਸ ਤਰ੍ਹਾਂ ਜਿਹੜਾ ਫਿਰ ਹਜ਼ੂਰੀਆ ਵੀ ਸ਼ਬਦ ਇੱਥੋਂ ਹੀ ਚੱਲਿਆ ਨਾ, ਗਲ ਵਿੱਚ ਹਜ਼ੂਰੀਆ ਪਾਉਣਾ ਇਹ ਹੈ ਭਾਵ ਉਹਦੇ ਲਈ ਜ਼ਰੂਰੀ ਹੈ ਜਿਹੜੇ ਹਜ਼ੂਰੀ ਦੀ ਸੇਵਾ ਕਰਦੇ ਹਨ ਤਾਂ ਹਜ਼ੂਰੀਆ ਗਲ ਵਿੱਚ ਹੋਵੇ। ਕਿਉਂਕਿ ਇਹ ਕਿਸ ਵਾਸਤੇ ਹੈ, ਕੋਈ ਵੀ ਆਪਾਂ ਕਿਤੇ ਥੱਲੇ ਹੱਥ ਲਾਉਣਾ ਪੈਂਦਾ ਫਿਰ ਇਹਨੂੰ ਥੱਲੇ ਲਾ ਕੇ ਹੱਥ ਲੱਗ ਜਾਂਦਾ ਹੈ। ਤੇ ਇਹ ਵਰਤੋਂ ਕਰਨੀ ਹਰ ਸਮੇਂ ਹਜ਼ੂਰੀ ਵਿੱਚ ਰਹਿੰਦਾ ਹੈ। ਤੋ ਫਿਰ ਇਹ ਮਰਜ਼ਾਦਾ ਹੈ ਕਿ ਗੁਰੂ ਸਾਹਿਬ ਦੀ ਜੋ ਭਾਈ ਸੇਵਾ ਜਾਂ ਦੇਗ ਇਤਿਆਦਿਕ ਬਣਾਉਣ ਵਰਤਾਉਣ ਦੀ ਸੇਵਾ ਉਹਦੇ ਨਾ ਸਿੰਘਾਂ ਕੋਲੇ ਹਜ਼ੂਰੀਆ ਜ਼ਰੂਰੀ ਚਾਹੀਦਾ ਹੈ। ਕੋਈ ਚਾਹੇ ਗੁਰੂ ਸਾਹਿਬ ਨੂੰ ਚੌਰ ਕਰਨੀ ਹੈ ਤੇ ਕਈ ਵਾਰ ਆਪਾਂ ਵੇਖਦੇ ਆ ਕਿ ਚੌਰ ਸਿੰਘ ਕਰਦੇ ਆ ਭਾਵੇਂ ਹਜ਼ੂਰੀਏ ਇੱਥੇ ਪਏ ਹੁੰਦੇ ਆ ਗਲ 'ਚ ਨਹੀਂ ਪਾਉਂਦੇ। ਤੇ ਇਹ ਮਰਜ਼ਾਦਾ ਜ਼ਰੂਰੀ ਹੈ ਕਿ ਚੌਰ ਕਰਨੀ ਹੈ। ਚੌਰ ਦੀ ਮਰਜ਼ਾਦਾ ਕਿ ਹਜ਼ੂਰੀਆ ਗਲ ਦੇ ਵਿੱਚ ਪਾਉਣਾ ਹੈ। ਫੇਰ ਜੁਨੇ ਭਾਵ ਜਿਹੜੀਆਂ ਸੇਵਾਵਾਂ ਨਿਭਾਉਣੀਆਂ ਹਨ ਸੰਗਤੀ ਰੂਪ ਦੇ ਵਿੱਚ ਮਹਾਰਾਜ ਦੀ ਤਾਬਿਆਂ ਹਜ਼ੂਰੀਆ ਪਾ ਕੇ ਹੀ ਬੈਠਣਾ ਹੈ। ਬਿਨਾਂ ਹਜ਼ੂਰੀਏ ਤੋਂ ਗੁਰੂ ਸਾਹਿਬ ਦੇ ਤਾਬਿਆਂ ਨਹੀਂ ਬਹਿਣਾ ਚਾਹੀਦਾ, ਮਰਜ਼ਾਦਾ ਨਹੀਂ ਹੈ। ਰਹੋ ਵਿਚਾਰ ਭਾਵੇਂ ਕਿ ਅੱਜ ਕੱਲ ਹੁਣ ਇਹ ਜਿਹੜਾ ਹੈ ਨਾ ਬਹੁਤਾ ਜੇ ਕਿਸੇ ਨੂੰ ਕਹੋ ਫਿਰ ਉਹ ਆਕੜਦੇ ਨੇ ਵੀ ਲੈ ਅਸੀਂ ਘਾਟਾਂ ਇਹ ਬਾਹਲੇ ਨੇ, ਸਾਨੂੰ ਤਾਂ ਦੱਸਦੇ ਹੀ ਪਖੰਡੀ ਆ ਵੀ ਆ ਜਿੰਨੇ ਆ ਜਿਹੜੇ ਮਹਾਰਾਜ ਦੀ ਹਜ਼ੂਰੀ ਸੇਵਾ ਕਰਨ ਵਾਲੇ ਦਾ ਸਾਰੇ ਪਖੰਡੀ ਆ। ਹਾਲਾਂਕਿ ਪਖੰਡੀ ਉਹ ਹੈ ਜਿਹੜਾ ਗੁਰੂ ਦੀ ਰਹਿਤ ਵਹਿਤ ਨਹੀਂ ਰੱਖਦਾ, ਗੁਰੂ ਦੇ ਨੇੜੇ ਹੋ ਕੇ ਬਹੁਤਾ ਸਿੱਖ ਬਣ ਦਿਖਾਉਂਦਾ।
ਜੇ ਰਹਿਤ ਹੀ ਨਹੀਂ ਹੈ ਗੁਰੂ ਦੇ ਬਚਨ ਨਹੀਂ ਮੰਨਣੇ, ਬਾਹਰੀ ਰਹਿਤ ਹੀ ਨਹੀਂ ਰੱਖੀ, ਅੰਦਰ ਵਾਲੀ ਕਿੱਥੋਂ ਰੱਖ ਲੂ। ਤੇ ਬਾਹਰੀ ਰਹਿਤ ਜ਼ਰੂਰੀ ਹੈ। ਇਹ ਰੱਖ ਕੇ ਹੀ ਮਹਾਰਾਜ ਦਾ ਫਿਰ ਪਖੰਡ ਅਸਲ ਵਿੱਚ ਉਹ ਕਰਦੇ ਨੇ। ਉਵੇਂ ਹੀ ਅਸੀਂ ਤਾਂ ਜੀ ਮਹਾਰਾਜ ਨੂੰ ਮੰਨਦੇ ਹਾਂ, ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ। ਤੇ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ ਵੀ ਕੇਸ ਕਟਾਈ ਚੱਲੋ? ਮਹਾਰਾਜ ਦੇ ਕਿਤੇ ਲਿਖਿਆ ਬਾਣੀ ਵਿੱਚ? ਤੇ ਗੁਰੂ ਗ੍ਰੰਥ ਸਾਹਿਬ ਦੇ ਤੇ ਉਲਟਾ ਮਹਾਰਾਜ ਤਾਂ ਕਹਿੰਦੇ ਪਰਮੇਸ਼ਰ ਦੇ ਭਾਣੇ ਵਿੱਚ ਰਹੋ। ਵੀ ਕੇਸ ਤਾਂ ਭਾਈ ਪਰਮੇਸ਼ਰ ਦੇ ਭਾਣੇ 'ਚ ਹੀ ਆਏ ਆ, ਉਹਦੀ ਮਰਜ਼ੀ ਤੋਂ ਬਿਨਾਂ ਤਾਂ ਆਏ ਨਹੀਂ ਹੈ। ਜਿੰਨੇ ਮਰਜ਼ੀ ਕਟਾਈ ਚਲੋ ਫੇਰ ਆ ਜਾਂਦੇ। ਇਹਦਾ ਮਤਲਬ ਰੱਬ ਚਾਹੁੰਦਾ ਹੈ ਨਾ ਕਿ ਕੇਸ ਆਉਣੇ ਚਾਹੀਦੇ ਆ। ਇਹ ਵਿਰੋਧ ਵਿੱਚ ਖੜਾ ਝੰਡਾ ਚੱਕੀ ਦਾਅਵਾ ਕਰਨਾ ਹੈ ਕਿ ਮੇਰੇ ਵਰਗਾ ਸਿੱਖ ਕੋਈ ਨਹੀਂ, ਮੈਨੂੰ ਸ਼ਰਧਾ ਬਹੁਤ ਹੈ। ਇਹ ਪਖੰਡ ਨਹੀਂ ਤੇ ਹੋਰ ਕੀ ਹੈ। ਪਰ ਉਲਟਾ ਅੰਮ੍ਰਿਤਧਾਰੀ ਪ੍ਰਚਾਰਕਾਂ ਗੁਰਸਿੱਖਾਂ ਨੂੰ ਕਹਿਣਗੇ ਪਖੰਡੀ ਨੇ, ਪਖੰਡੀ ਆਪ ਹਨ। ਤੇ ਰਹੋ ਵਿਚਾਰ ਜਿਹੜੀਆਂ ਮਰਜ਼ਾਦਾ ਨੇ ਨਾ ਇਹ ਮਹਾਰਾਜ ਦੇ ਜੋ ਹਜ਼ੂਰੀ ਦੀਆਂ, ਤਾਂ ਉੱਥੋਂ ਫਿਰ ਬਾਬਾ ਬੁੱਢਾ ਜੀ ਜਿਹੜੇ ਹਨ ਫਿਰ ਮਹਾਰਾਜ ਦੀ ਤਾਬਿਆਂ ਬੈਠੇ। ਇਹ ਥੋੜਾ ਇਤਿਹਾਸ ਦੇ ਵਿੱਚ ਸੰਖੇਪ ਕੀਤਾ ਹੋਇਆ ਹੈ ਕਿ ਭਾਈ ਬੰਨੋ ਜੀ ਜਦੋਂ ਲੈ ਕੇ ਆਏ ਮਹਾਰਾਜ ਦਾ ਸਰੂਪ, ਆਪ ਤਾਂ ਦੇਖਿਓ ਗ੍ਰੰਥ ਕੋ ਉੱਠੇ ਪ੍ਰਭੂ ਹਰ ਖਾਏ। ਜਦੋਂ ਭਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਉਂਦੇ ਵੇਖਿਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਸੰਨ ਹੋ ਕਰਕੇ ਉੱਠੇ ਹਨ। ਕਰ ਬੰਦਨ ਸ੍ਰੀ ਗ੍ਰੰਥ ਕੋ ਖਾਸਾ ਲੀਨ ਲਵਾਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬੰਦਨਾ ਕੀਤੀ, ਕਿਉਂਕਿ ਬਾਣੀ ਧੁਰ ਕੀ ਬਾਣੀ ਹੈ, ਬ੍ਰਹਮ ਬਾਣੀ ਹੈ, ਬ੍ਰਹਮ ਬਚਨ ਹੈ। ਜੈਸੀ ਮੈਂ ਆਵੇ ਖਾਸਮ ਕੀ ਬਾਣੀ। ਇਸ ਕਰਕੇ ਦੇਖੋ ਗੁਰਤਾ ਗੱਦੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਿਰਾਜਮਾਨ ਹੈ। ਉਦੋਂ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਦੇ ਨਹੀਂ ਨਾ ਮਿਲੀ, ਗ੍ਰੰਥ ਰੂਪ ਵਿੱਚ ਗੁਰਤਾ ਦਾ 10ਵੇਂ ਪਾਤਸ਼ਾਹ ਮਹਾਰਾਜ ਨੇ ਬਖਸ਼ੀ। ਬਾਣੀ ਰੂਪ ਵਿੱਚ ਮੁੱਢ ਕਦੀਮੀ ਗੁਰੂ ਹੈ। ਬਾਣੀ ਗੁਰੂ ਹੈ ਬਾਣੀ। ਇਹ ਨਹੀਂ ਕਿ ਬਾਣੀ ਰੂਪ ਵਿੱਚ ਤਾਂ ਜੋ ਗੁਰੂ ਦੀ ਬਾਣੀ ਹੈ ਉਹ ਗੁਰੂ ਰੂਪ ਹੈ। ਬਹੁਤ ਵਾਰੀ ਇਹ ਬਚਨ ਸਾਂਝਾ ਕੀਤਾ ਹੈ ਕਿ ਜਿੱਥੇ ਜਪਜੀ ਸਾਹਿਬ ਬਾਣੀ ਗੁਰੂ ਹੈ, ਉੱਥੇ ਜਾਪ ਸਾਹਿਬ ਵੀ ਬਾਣੀ ਗੁਰੂ ਹੈ। ਜਿੱਥੇ ਗੁਰਮੁਖੋ ਆਪਾਂ ਰਹਿਰਾਸ ਸਾਹਿਬ ਦੇ ਬਾਕੀ ਸ਼ਬਦ ਗੁਰੂ ਰੂਪ ਜਾਣਦੇ ਆ, ਉੱਥੇ ਚੌਪਈ ਸਾਹਿਬ ਵੀ 10ਵੇਂ ਪਾਤਸ਼ਾਹ, ਕਿਉਂਕਿ ਗੁਰੂ ਦੀ ਬਾਣੀ ਹੈ। ਇਸ ਕਰਕੇ ਬਾਣੀ ਗੁਰੂ ਹੈ ਬਾਣੀ। ਤੇ ਉਹ ਵੀ ਤਾਂ 10ਵੇਂ ਪਾਤਸ਼ਾਹ ਦੀ ਬਾਣੀ ਹੈ ਨਾ। ਜੇ ਗੁਰੂ ਨਾਨਕ ਦੇ ਪਾਤਸ਼ਾਹ ਆਪਾਂ ਸਾਰੇ ਭਾਵਨਾ ਰੱਖਦੇ ਹਾਂ ਕਿ ਇੱਕੋ ਹੀ ਸਰੂਪ ਹੈ, ਗੁਰੂ ਨਾਨਕ ਦੇ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਕੋਈ ਫਰਕ ਨਹੀਂ, 10 ਪਾਤਸ਼ਾਹੀਆਂ ਇੱਕ ਸਰੂਪ ਹੈ। ਦੇ ਭਾਈ ਜਿੰਨਾ ਬਾਣੀ ਉਚਾਰੀ ਗੁਰੂ ਰੂਪ ਵਿੱਚ ਹੋ ਕੇ ਉਹ ਵੀ ਇੱਕ ਹੀ ਹੈ। ਉਨੀ ਹੀ ਤਾਕਤ ਹੈ, ਉਨੀ ਹੀ ਸ਼ਕਤੀ ਹੈ ਸਾਰੀ। ਤੇ ਰਹੋ ਵਿਚਾਰ। ਇਸ ਕਰਕੇ ਬਾਣੀ ਰੂਪ ਵਿੱਚ ਤਾਂ ਮੁੱਢ ਕਦੀਮੀ ਸ਼ਬਦ ਸਰੂਪ ਗੁਰੂ ਹੈ, ਤੇ ਗ੍ਰੰਥ ਰੂਪ ਵਿੱਚ ਫਿਰ 10ਵੇਂ ਪਾਤਸ਼ਾਹ ਮਹਾਰਾਜ ਨੇ ਹਜ਼ੂਰ ਸਾਹਿਬ ਗੁਰਤਾ ਗੱਦੀ ਬਖਸ਼ ਕੇ ਬਚਨ ਕਹੇ ਸੀ, ਭਾਈ ਗੁਰਸਿੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤ ਤੋਂ ਬਾਅਦ ਹੁਣ ਜੁਗੋ ਜੁਗ ਅਟਲ ਗੁਰੂ ਹੋਣਗੇ। ਮਹਾਰਾਜ ਨੇ ਕਰ ਬੰਦਨ ਸ੍ਰੀ ਗ੍ਰੰਥ ਕੋ ਖਾਸਾ ਲੀਨ ਲਵਾਏ। ਗੁਰੂ ਗ੍ਰੰਥ ਸਾਹਿਬ ਜੀ ਨੂੰ ਬੰਦਨਾ ਕੀਤੀ ਤੇ ਪਾਲਕੀ ਸਾਹਿਬ ਇੱਕ ਜਗ੍ਹਾ ਬਿਰਾਜਮਾਨ ਕੀਤੀ ਹੈ। ਦੋਏ ਗ੍ਰੰਥ ਜੀ ਦੇਖ ਕਰ ਕੀਨੋ ਮੁਖੋ ਉਚਾਰ। ਇਹ ਮਹਾਰਾਜ ਨੇ ਵੇਖਿਆ ਕਿ 2 ਗੁਰੂ ਗ੍ਰੰਥ ਸਾਹਿਬ 2 ਸਰੂਪ ਨੇ, ਗ੍ਰੰਥ ਨੇ। ਇਹ ਵੇਖ ਕੇ ਸਤਿਗੁਰੂ ਜੀ ਨੇ ਮੁਖੋਂ ਇਉਂ ਉਚਾਰਿਆ ਹੈ, ਭਾਈ ਬੰਨੋ ਕਿਆ ਕਰਿਓ ਕਹੋ ਸਤ ਨਿਰਧਾਰ। ਹੇ ਭਾਈ ਬੰਨੋ, ਇਹ ਕੀ ਕੀਤਾ ਹੈ? ਸਾਰੀ ਗੱਲ ਨਿਰਧਾਰਤ ਸੱਚ ਜਿਹੜੀ ਹੈ, ਨਿਰਧਾਰਤ ਪੱਕੇ ਤੌਰ ਤੇ ਸਾਰੀ ਸੱਚੋ ਸੱਚ ਦੱਸ। ਕਹਿ ਬੰਨੋ ਕਰ ਜੋਰ ਕੈ ਜਾਸ ਕਰਵਾਇਓ ਨਾਥ। ਭਾਈ ਬੰਨੋ ਨੇ ਹੱਥ ਜੋੜੇ
ਕਹਿੰਦਾ ਮਹਾਰਾਜ ਵੀ ਜਿਹੋ ਜੇ ਤੁਸੀਂ ਮੇਰੀ ਬੁੱਧੀ 'ਚ ਖਿਆਲ ਪੈਦਾ ਕੀਤੇ ਹੁਣ ਉਹ ਫੁਰਨੇ ਪੈਦਾ ਕਰਨ ਵਾਲੇ ਵੀ ਤੁਸੀਂ ਹੀ ਹੋ। ਜਿਹੋ ਜਿਹਾ ਕੁਛ ਤੁਸੀਂ ਮਾਲਕ ਸਤਿਗੁਰੂ ਜੀ ਕਰਵਾਇਆ ਹੈ ਤਸ ਦੁਤੀਏ ਲਿਖਵਾਇਓ ਗ੍ਰੰਥ ਗੁਰੂ ਹਿਤ ਸਾਥ। ਉਸੇ ਤਰ੍ਹਾਂ ਹੀ ਮਹਾਰਾਜ ਇਹ ਦੂਜਾ ਤੁਸੀਂ ਜਿਹੜਾ ਗ੍ਰੰਥ ਹੈ ਇਹ ਲਿਖਵਾਇਆ ਹੈ ਸਤਿਗੁਰੂ ਜੀ ਹਿਤ ਪ੍ਰੇਮ ਦੇ ਨਾਲ ਸਭ ਕੁਝ ਕਰਨ ਕਰਾਉਣ ਵਾਲੇ ਤੁਸੀਂ ਹੀ ਹੋ। ਚੌਪਈ ਸੁਨ ਗੁਰ ਕਹਿਓ ਭਲਾ ਤੁਮ ਕੀਨ। ਤਾਂ ਫਿਰ ਮਹਾਰਾਜ ਸੁਣ ਕੇ ਕਹਿੰਦੇ ਭਾਈ ਬੰਨੋ ਤੂੰ ਭਲਾ ਕੀਤਾ ਹੈ ਪਰ ਉਪਕਾਰ ਹਿਰਦੇ ਮਹਿ ਚੀਨ। ਜੋ ਤੂੰ ਇਹ ਆਪਣੇ ਹਿਰਦੇ ਵਿੱਚ ਪਰ ਉਪਕਾਰ ਜਾਣਿਆ ਕਿ ਜੇ ਉਤਾਰਾ ਹੋ ਜੂ ਇਹ ਸਰੂਪ ਤੇ ਇੱਥੇ ਪ੍ਰਕਾਸ਼ ਰਹੇਗਾ ਫਿਰ ਬਾਕੀ ਸੰਗਤਾਂ ਨੂੰ ਵੀ ਚਲੋ ਜੋ ਕੋਈ ਨਹੀਂ ਆ ਸਕਦਾ ਜਦੋਂ ਮਨ ਹੋਵੇਗਾ ਜਗ੍ਹਾ ਜਗ੍ਹਾ ਲਿਜਾ ਕਰਕੇ ਦਰਸ਼ਨ ਕਰਵਾਏ ਜਾ ਸਕਦੇ ਐ। ਮਹਾਰਾਜ ਕਹਿੰਦੇ ਤੂੰ ਇਹ ਤਾਂ ਹਿਰਦੇ ਵਿੱਚ ਠੀਕ ਹੈ ਕਿ ਪਰਉਪਕਾਰ ਚੀਨਿਆ ਜਾਣਿਆ ਹੈ। ਜੇ ਇੱਕ ਗ੍ਰੰਥ ਹੁਤੋ ਜਗ ਮਾਹੇ। ਜੇ ਮਹਾਰਾਜ ਕਹਿੰਦੇ ਇਹ ਇੱਕੋ ਹੀ ਗ੍ਰੰਥ ਇਹੀ ਸਰੂਪ ਜਗਤ ਵਿੱਚ ਹੁੰਦਾ ਇੱਕੋ ਹੀ ਗ੍ਰੰਥ ਸਰੂਪ ਦਰਸੇ ਇਨ ਕੇ ਮੁਕਤੀ ਪਾਹੇ। ਤਾਂ ਭਾਈ ਬੰਨੋ ਇਹਨਾਂ ਦੇ ਦਰਸ਼ਨ ਕੀਤੇ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਇਆ ਕਰਨੀ ਸੀ। ਅਬ ਤੁਮ ਕੀਨ ਸਦੂਜ ਉਤਾਰਾ। ਪਰ ਹੁਣ ਤੂੰ ਭਾਈ ਬੰਨੋ ਇਹ ਦੂਜਾ ਉਤਾਰਾ ਕਰ ਦਿੱਤਾ ਹੈ। ਸ਼ਬਦ ਕਮਾਏ ਲਹੈ ਫਲ ਚਾਰਾ। ਹੁਣ ਇਸ ਸ਼ਬਦਾਂ ਨੂੰ ਜਿਹੜਾ ਜੀਵਨ ਵਿੱਚ ਕਮਾ ਲਵੇਗਾ ਉਹ ਫਿਰ ਚਾਰੇ ਫਲ ਦੀ ਪ੍ਰਾਪਤੀ ਕਰ ਲਵੇਗਾ। ਪੁਨ ਕਹਿ ਸ਼ਬਦ ਜੋ ਅਧਿਕ ਲਿਖਾਏ। ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਤੂੰ ਭਾਈ ਬੰਨੋ ਆਪਣੇ ਕੋਲੋਂ ਹੋਰ ਜਿਹੜੇ ਅਧਿਕ ਜ਼ਿਆਦੇ ਸ਼ਬਦ ਲਿਖਵਾਏ ਹਨ ਰਹਿ ਇਸੀ ਮਹਿ ਮਿਲਣ ਨ ਪਾਏ। ਉਹ ਹੁਣ ਹੋਰ ਸਰੂਪ ਵਿੱਚ ਨਹੀਂ ਲਿਖੇ ਜਾਣਗੇ ਉਹ ਸਿਰਫ ਜਿਹੜਾ ਤੈਂ ਉਤਾਰਾ ਕਰਵਾਇਆ ਇਹਦੇ ਵਿੱਚ ਹੀ ਰਹਿਣਗੇ ਨੇ। ਇਹ ਤੋਂ ਅੱਗੇ ਹੋਰ ਉਤਾਰੇ ਨਹੀਂ ਹੋਣਗੇ। ਮਹਾਰਾਜ ਨੇ ਇਹ ਬਚਨ ਕਰ ਦਿੱਤੇ ਰਹਿ ਇਸੀ ਮਹਿ ਇਸ ਸਰੂਪ ਵਿੱਚ ਹੀ ਰਹਿਣਗੇ ਮਿਲਣ ਨਾ ਪਾਏ ਹੋਰ ਵਿੱਚ ਨਹੀਂ ਮਿਲਣਗੇ। ਆਬ ਤੇ ਬੀੜ ਭਈ ਜਗ ਦੋਏ। ਹੁਣ ਤੋਂ ਮਹਾਰਾਜ ਜੀ ਕਹਿੰਦੇ ਵੀ ਦੋ ਬੀੜਾਂ ਜਗਤ ਵਿੱਚ ਹੋ ਗਈਆਂ ਇੱਕ ਗੁਰਦਾਸ ਬੰਨੋ ਦੁਈ ਜੋਏ। ਇੱਕ ਨੂੰ ਇਉਂ ਜਾਣਿਆ ਭਾਈ ਗੁਰਦਾਸ ਜੀ ਵਾਲੀ ਬੀੜ ਇੱਕ ਭਾਈ ਬੰਨੋ ਜੀ ਵਾਲੀ ਬੀੜ। ਇਸ ਤਰ੍ਹਾਂ ਦੂਜੀ ਭਾਈ ਬੰਨੋ ਜੀ ਵਾਲੀ ਇੱਕ ਦਿਨ ਆਪ ਜੀ ਨੇ ਸਾਂਝੀ ਕੀਤੀ ਸੀ ਗੱਲ ਕਿ ਕਾਨਪੁਰ ਭਾਈ ਬੰਨੋ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਹੈ ਉਹ ਬੀੜ ਉੱਥੇ ਪਈ ਹੈ। ਉਹ ਦੂਸਰੀ ਇਸ ਤਰ੍ਹਾਂ ਬੰਨੋ ਜੀ ਵਾਲੀ ਜਾਣੀ ਜਾਵੇਗੀ। ਪ੍ਰਥਮ ਬੀੜ ਤੇ ਜੋ ਉਤਾਰੈ। ਪਰ ਜਿਹੜੇ ਹੁਣ ਉਤਾਰੇ ਹੋਣਗੇ ਤੂੰ ਇਹ ਗੱਲ ਆਰੰਭ ਤੇ ਕਰ ਦਿੱਤੀ ਭਾਈ ਬੰਨੋ। ਹੁਣ ਇਹ ਪਹਿਲੀ ਬੀੜ ਤੋਂ ਹੀ ਜੋ ਭਾਈ ਗੁਰਦਾਸ ਜੀਆਂ ਨੇ ਲਿਖਤ ਕੀਤੀ ਹੈ ਇਸੇ ਤੋਂ ਹੀ ਜਿਹੜੇ ਉਤਾਰੇ ਹੋਣਗੇ ਤਿਸ ਹੀ ਤੇ ਭੁਨ ਭਲੇ ਸੁਧਾਰੈ। ਤੇ ਇਸੇ ਹੀ ਸਰੂਪ ਤੋਂ ਹੀ ਭਲੀ ਪ੍ਰਕਾਰ ਜਿਹੜਾ ਸੁਧਾਰ ਹੋਇਆ ਉਹ ਭਾਵ ਸਾਰੀ ਜਿਹੜੀ ਹੈ ਬਾਅਦ ਵਿੱਚ ਲਿਖਣ ਤੋਂ ਬਾਅਦ ਸੁਧਾਈ ਹੋਵੇਗੀ। ਦੁਤੀਆ ਬੀੜ ਤੇ ਜੋ ਉਤਰਾਵੇ। ਇਉਂ ਦੂਜੀ ਬੀੜ ਦੇ ਵਿੱਚ ਜੋ ਉਤਾਰਾ ਹੋਵੇਗਾ ਭਲੀ ਭਾਂਤ ਇਸ ਤੇ ਸੁਧਰਾਵੇ। ਉਹ ਭਲੀ ਪ੍ਰਕਾਰ ਇਸੇ ਹੀ ਸਰੂਪ ਤੋਂ ਸੁਧਾਈ ਕਰਵਾਏਗਾ। ਬਹੁਤ ਉਤਾਰੇ ਜਗ ਮਹਿ ਥਾਵੇ। ਭਾਈ ਬੰਨੋ ਹੁਣੇ ਤੂੰ ਜੋ ਕੀਤਾ ਹੈ ਨਾ ਇਹਦਾ ਭਵਿੱਖ ਵਿੱਚ ਇਹ ਹੋਵੇਗਾ ਕਿ ਬਹੁਤ ਉਤਾਰੇ ਜਗਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਹੋਣਗੇ ਭਾਵ ਇੱਕ ਤੋਂ ਅੱਗੇ ਇੱਕ ਫਿਰ ਗਾਹਾਂ ਦੀ ਗਾਹਾਂ ਉਤਾਰੇ ਕਰਨਗੇ ਤੇ ਸੁਧਾਈ ਇਸ ਬੀੜ ਤੋਂ ਕਰਕੇ ਲੈ ਜਾ ਕਰਨਗੇ। ਇਸ ਤਰ੍ਹਾਂ ਜਗਤ ਵਿੱਚ ਹੋਰ ਵੀ ਬਹੁਤ ਉਤਾਰੇ ਹੋਣਗੇ। ਪੁਰਾਣੇ ਸਮਿਆਂ ਦੇ ਵਿੱਚ ਇੱਕੋ ਹੀ ਇੱਕ ਢੰਗ ਹੁੰਦਾ ਸੀ ਹੱਥ ਲਿਖਤ ਹੱਥਾਂ ਨਾਲ ਜਿਹੜਾ ਹੈ ਬੀੜਾਂ ਲਿਖਦੇ ਹੁੰਦੇ ਸਨ। ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਹੋਣਗੇ
ਘਰ ਘਰ ਗ੍ਰੰਥ ਪ੍ਰਕਾਸ਼ ਕਰਾਵੇ। ਭਾਈ ਬੰਨੋ ਇਹੋ ਜਿਹਾ ਸਮਾਂ ਆਵੇਗਾ ਕਿ ਘਰ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਊ। ਪੁਨ ਹਰ ਗੋਬਿੰਦ ਦਿਸ ਪਿਖ ਦਿਆਲ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਤਰ ਸਤਿਗੁਰੂ ਜੀ ਵੱਲ ਵੇਖ ਕੇ ਦਿਆਲੂ ਸਤਿਗੁਰੂ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਹੇ ਸ੍ਰੀ ਮੁਖੋ ਰਸਾਲ। ਇਉਂ ਭਾਈ ਰਸਦਾਇਕ ਆਪਣੇ ਪਵਿੱਤਰ ਮੁਖ ਤੋਂ ਸਤਿਗੁਰਾਂ ਨੇ ਬਚਨ ਕਹੇ। ਹੇ ਸੁਤ ਤੁਮ ਬਹੁ ਜੰਗ ਸੋ ਕਰਨੇ। ਹੇ ਪੁੱਤਰ ਤੁਸੀਂ ਬਹੁਤ ਜੰਗ ਕਰਨੇ ਹਨ। ਧਰਮ ਵਿਰੋਧੀ ਪਕੜ ਪਛਾੜਨੇ। ਜਿਹੜੇ ਧਰਮ ਦੇ ਵਿਰੋਧੀ ਹਨ ਉਹ ਪਕੜ ਕੇ ਪਛਾੜਨੇ ਹਨ। ਆਵੈ ਢਾਡੀ ਤੋ ਅਗਵਾਈ। ਤੁਹਾਡੇ ਅਗਵਾਈ ਵਿੱਚ ਤੁਹਾਡੇ ਅੱਗੇ ਢਾਡੀ ਆਇਆ ਕਰਨਗੇ। ਸੂਰਨ ਵਾਰ ਬਹੁਤ ਵਿਦ ਗਾਈ। ਜੋ ਬਹੁਤ ਤਰੀਕਿਆਂ ਸਹਿਤ ਸੂਰਮਿਆਂ ਦੀਆਂ ਬਾਰਾਂ ਗਾਇਆ ਕਰਨਗੇ। ਤਿਨ ਮਹਿ ਧੁਨ ਜੋ ਤੁਮ ਮਨ ਭਾਵਨ। ਤੁਸੀਂ ਇੰਨਾ ਹੀ ਕਰਨਾ ਕਿ ਉਹਨਾਂ ਢਾਡੀ ਵਾਰਾਂ ਦੇ ਵਿੱਚੋਂ ਜਿਹੜੀਆਂ ਧੁਨਾਂ ਤੁਹਾਡੇ ਮਨ ਨੂੰ ਭਾ ਜਾਣ। ਵਾਰ ਗ੍ਰੰਥ ਮਹਿ ਕਰੋ ਚੜਾਵਨ। ਉਹ ਜੋ 22 ਵਾਰਾਂ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹਨਾਂ ਵਾਰਾਂ ਵਿੱਚ ਜਿੱਥੇ ਵੀ ਤੁਸੀਂ ਠੀਕ ਸਮਝੋ ਜਿਹੜੀਆਂ ਤੁਹਾਡੇ ਮਨ ਨੂੰ ਭਾਉਣ ਧੁਨਾਂ, ਉਹ ਤੁਸੀਂ ਵਾਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚੜਾ ਦੇਣੀਆਂ ਹਨ। ਭਾਵ ਧੁਨ ਕਿਹੜੀ ਹੈ? ਜਿਵੇਂ ਹੁਣ ਆਸਾ ਦੀ ਵਾਰ, ਇਹ ਸਾਰੇ ਤੁਸੀਂ ਇੰਨਾ ਤੇ ਯਾਦ ਹੈ, ਸੁਣਦੇ ਹੋ ਨਾ। ਟੁੰਡੇ ਆਸ ਰਾਜਾ ਕੀ ਧੁਨੀ। ਭਾਵ ਕਿ ਟੁੰਡਾ ਆਸ ਰਾਜਾ ਇੱਕ ਰਾਜਾ ਹੋਇਆ, ਜੰਗ ਹੋਏ ਸੀ ਭਰਾਵਾਂ ਵਿੱਚ, ਤੇ ਜਾਂ ਇਸ ਤਰ੍ਹਾਂ ਜਿਹੜੇ ਜੰਗ ਆਸ ਰਾਜੇ ਦਾ ਕਿਸੇ ਰਾਜੇ ਨਾਲ, ਤੇ ਉਹ ਹੁਣ ਕਥਾ ਚਲੋ ਲੰਮੀ ਹੈ। ਤੇ ਇਹ ਹੱਥੋਂ ਕੱਟੇ ਗਏ ਸਨ। ਤੇ ਫਿਰ ਉਹ ਇਹਦੀ ਬਹਾਦਰੀ ਦੀ ਵਾਰ ਗਾਈ ਸੀ ਢਾਡੀਆਂ ਨੇ। ਉਹ ਜਿਹੜੀ ਤਰਜ ਤੇ ਗਾਈ, ਮਹਾਰਾਜ ਕਹਿੰਦੇ ਭਾਈ ਆਸਾ ਦੀ ਵਾਰ ਇਸ ਤਰਜ ਤੇ ਪੜਿਆ ਕਰਨੀ ਹੈ। ਤੋ ਇਉਂ ਫਿਰ ਜਿਹੜਾ ਹੈ ਰਾਏ ਮੋਈ ਦੀ ਇਤਿਆਦਿਕ ਸਾਰੀਆਂ 9 ਨੇ, ਇਹ 9 ਵਾਰਾਂ ਦੇ ਉੱਤੇ ਧੁਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੋ ਮਹਾਰਾਜ ਕਹਿੰਦੇ ਤੁਸੀਂ ਵਾਰ ਗ੍ਰੰਥ ਮੈਂ ਕਰੋ ਚੜਾਵਨ। ਉਹ ਗ੍ਰੰਥ ਦੇ ਵਿੱਚ ਜਿਹੜੀਆਂ ਵਾਰਾਂ ਹਨ ਉਹਨਾਂ ਦੇ ਜੋ ਜਿੱਥੇ ਤੁਹਾਡੇ ਮਨ ਨੂੰ ਭਾਵੇ ਉਹ ਚੜਾਉਣੀਆਂ ਹਨ। ਆਪਰ ਨਾ ਬਾਣੀ ਉਚਰੋ ਕੋਈ। ਹੋਰ ਤੁਸੀਂ ਕੋਈ ਬਾਣੀ ਨਹੀਂ ਉਚਾਰਨੀ ਹੈ। ਹਮ ਨਵਵੇਂ ਥਲ ਜੋ ਗੁਰ ਹੋਈ। ਫਿਰ ਸਾਡੀ ਜਗ੍ਹਾ ਜਿਹੜਾ 9ਵੇਂ ਥਾਂ ਤੇ ਗੁਰੂ ਹੋਵੇਗਾ। ਦੇਹ ਸੀਸ ਦਿੱਲੀ ਮਹਿ ਜਾਏ। ਉਹ ਮਹਾਰਾਜ ਕਹਿੰਦੇ ਦਿੱਲੀ ਵਿੱਚ ਜਾ ਕੇ ਆਪਣਾ ਸੀਸ ਦੇਵੇਗਾ। ਤਿਸ ਬਾਣੀ ਇਸ ਗ੍ਰੰਥ ਚੜਾਏ। ਉਸ ਨਾਮੇ ਸਾਡੇ ਸਰੂਪ ਦੀ ਜਿਹੜੀ ਬਾਣੀ ਹੋਊਗੀ ਉਹ ਇਸ ਗ੍ਰੰਥ ਵਿੱਚ ਚੜਾਈ ਜਾਊਗੀ। 10ਮ ਰੂਪ ਹਮਰੋ ਜਬ ਹੋਇ ਹੈ। ਜਦੋਂ ਸਾਡਾ ਭਾਈ ਬੰਨੋ 10ਵਾਂ ਰੂਪ ਹੋਵੇਗਾ। ਜੰਗ ਅਖਾੜੇ ਬਹੁ ਵਿਦ ਕਹਿ ਹੈ। ਉਦੋਂ ਜੰਗ ਦੇ ਬਹੁਤ ਅਖਾੜੇ ਸਾਡਾ 10ਵਾਂ ਸਰੂਪ ਕਰੇਗਾ। ਸੋ ਗ੍ਰੰਥ ਜੀ ਪੁਨਾ ਲਿਖਾਵੇ। ਉਹੀ 10ਵਾਂ ਜਾਮਾ ਹੀ ਸਾਡਾ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੇਰ ਲਿਖਵਾਉਣਗੇ। ਬਾਣੀ ਨਵਵੇਂ ਮਹਿਲ ਚੜਾਵੇ। ਤੇ ਉਹ 9ਵੇਂ ਮਹੱਲੇ ਦੀ ਜਿਹੜੀ ਬਾਣੀ ਹੈ ਫਿਰ 10ਵਾਂ ਸਰੂਪ ਚੜਾਵੇਗਾ। ਆਪਨ ਸ਼ਲੋਕ ਏਕ ਲਿਖਵਾਵੇ। ਤੇ ਆਪਣਾ ਵੀ ਇੱਕ ਸ਼ਲੋਕ ਵਿੱਚ ਲਿਖਾਵੇਗਾ। ਜੋ ਆਉਂਦਾ ਨਾ, ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋ ਸਹਾਏ। ਇਹ ਗੁਰਮੁਖੋ ਪ੍ਰਾਤਨ ਗ੍ਰੰਥਾਂ ਵਿੱਚ ਮਹੱਲਾ 10ਵਾਂ ਵੀ ਕਈ ਜਗ੍ਹਾ ਲਿਖਿਆ ਹੁੰਦਾ। ਇਹ ਸ਼ਲੋਕ 10ਵੇਂ ਪਾਤਸ਼ਾਹ ਮਹਾਰਾਜ ਜੀ ਦਾ, ਜੋ ਮਹਾਰਾਜ ਨੇ 9ਵੇਂ ਪਾਤਸ਼ਾਹ ਮਹਾਰਾਜ ਦੇ ਸ਼ਲੋਕਾਂ ਦੇ ਵਿੱਚ ਹੀ ਗਿਣਤੀ ਰੂਪ ਵਿੱਚ ਦਰਜ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਇਸ ਪਾਵਨ ਗ੍ਰੰਥ ਵਿੱਚ ਆਪਣਾ ਇੱਕ ਸ਼ਲੋਕ ਲਿਖਾਇਆ ਹੈ।
ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਨੂੰ ਸ਼ਲੋਕ ਏਕ ਲਿਖਵਾਵੇ, ਇੱਕ ਆਪਣਾ ਸ਼ਲੋਕ ਲਿਖਵਾਵੇਗਾ। ਨਿਜ ਸਥਾਨ ਸ੍ਰੀ ਗ੍ਰੰਥ ਬਿਠਾਵੇ, ਫਿਰ ਸਮਾਂ ਆਵੇਗਾ ਉਹ 10ਵਾਂ ਜਾਮਾ ਜਿਹੜਾ ਉਹ ਆਪਣੀ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਠਾਵੇਗਾ, ਗੁਰਤਾ ਗੱਦੀ ਦੇਵੇਗਾ। ਏਕ ਸਮੋ ਐਸੋ ਪੌਨੇ ਆਵੇ, ਫਿਰ ਸਮਾਂ ਲੰਘਦਾ ਜਾਊ। ਇਹੋ ਜਿਹਾ ਵੀ ਸਮਾਂ ਮਹਾਰਾਜ ਜੀ ਕਹਿੰਦੇ ਫਿਰ ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਆ ਜਾਵੇਗਾ। ਮੁੰਦਰਤ ਕਲ ਬਹੁ ਜਗਤ ਚਲਾਵੇ, ਮੁੰਦਰਤ ਕਲ ਜਿਹੜਾ ਕਲਯੁਗ ਹੈ ਨਾ, ਇਸ ਤਰ੍ਹਾਂ ਜਗਤ ਜਿਹੜਾ ਹੈ ਕਲੀ ਕਾਲ ਭਾਵ ਮੁੰਦਰਤ ਕਲ ਜਿਹੜਾ ਕਲਯੁਗ ਦੇ ਵਿੱਚ ਬੰਦ ਕਰਕੇ ਜਗਤ ਚੱਲੂ। ਇਹੋ ਜਿਹਾ ਸਮਾਂ ਆ ਜਾਣਾ, ਜਾਂ ਕਲਯੁਗ ਜਿਹੜਾ ਹੈ ਅੱਖਾਂ ਮੀਚ ਕੇ ਹੀ ਜਗਤ ਨੂੰ ਚਲਾਊ, ਇਹੋ ਜਿਹਾ ਕਲਯੁਗ ਦਾ ਸਮਾਂ ਹੋਊਗਾ। ਤਾਂ ਮੈਂ ਗ੍ਰੰਥ ਬਹੁਤ ਛਪ ਜਾਈ, ਤੇ ਉਸ ਸਮੇਂ ਬਹੁਤ ਗ੍ਰੰਥ ਅੱਗੇ ਦੀ ਅੱਗੇ ਛਪ ਜਾਣਗੇ। ਹੋਵੇ ਜਾਂ ਇੱਥੇ ਮੁੰਦਰਤ ਕਲ, ਇਹਦਾ ਭਾਵ ਇਹ ਵੀ ਹੈ ਅਰਥ ਗੁਰਮੁਖ ਕਰਦੇ, ਮੁੰਦਰਤ ਕਲ ਬਹੁ ਜਗਤ ਚਲਾਵੇ, ਵੀ ਇਹੋ ਜਿਹਾ ਸਮਾਂ ਆ ਜਾਣਾ ਇੱਕ ਜਿਹੜੀ ਹੈ ਨਾ ਕਲਾ ਜਗਤ ਵਿੱਚ ਚੱਲੂਗੀ। ਇਹੋ ਜਿਹੀਆਂ ਚੀਜ਼ਾਂ ਜਿਵੇਂ ਹੁਣ ਪ੍ਰੈਸਾਂ ਆ ਗਈਆਂ, ਵੀ ਦੇਖੋ ਵੀ ਜੇ ਹੱਥ ਲਿਖਦਾ ਕਿੰਨੇ ਸਮੇਂ ਵਿੱਚ ਸਰੂਪ ਤਿਆਰ ਹੁੰਦਾ ਹੈ ਜਿਹਨੇ ਹੱਥੀਂ ਲਿਖਣਾ ਹੈ। ਤੇ ਹੁਣ ਜਿਹੜਾ ਵਾ ਉਹ ਗੁਰਮੁਖ ਹੋਇਓ ਸਕਿੰਟਾਂ ਵਿੱਚ ਹੀ ਜਿਹੜੇ ਅੰਗ ਨੇ ਲਿਖੇ ਜਾ ਰਹੇ ਆ, ਛਾਪੇ ਜਿਹੜੇ ਆ ਮਸ਼ੀਨਾਂ ਨਾਲ ਬਹੁਤ ਤੇਜ਼ ਛਪ ਰਹੇ ਹਨ। ਤੇ ਕਿੰਨਾ ਸਰੂਪ ਰੋਜ਼ ਦੀ ਰੋਜ਼ ਜਿਹੜਾ ਹੈ ਦੇਖੋ ਮਸ਼ੀਨਾਂ ਦੇ ਨਾਲ ਜੋ ਤਿਆਰ ਕਰਕੇ ਸਾਰਾ ਪ੍ਰਿੰਟ ਕਰ ਕਰਕੇ ਫਿਰ ਉਹ ਛਾਪਿਆ ਜਾ ਰਿਹਾ ਹੈ। ਪਹਿਲਾਂ ਤਾਂ ਹੁਣ ਕਿੰਨੇ ਹੁੰਦੇ ਸੀ ਜਿਹੜੇ ਪੁਰਾਣੇ ਛਾਪਕ ਹੁੰਦੇ ਸਨ, ਤੇ ਉਹਨਾਂ ਦੀਆਂ ਪ੍ਰੈਸਾਂ ਲਾਈਆਂ ਹੋਈਆਂ ਸੀ ਗੁਰੂ ਗ੍ਰੰਥ ਸਾਹਿਬ। ਫਿਰ ਉਹ ਵਾਧੇ ਘਾਟਾ ਵਿੱਚ ਕੁਛ ਨਾ ਕੋਈ ਕੋਨਾ ਸਤਿਕਾਰ ਨਹੀਂ ਸੀ ਕਰਦੇ, ਉਹੀ ਰੱਖੀ ਜਾਣੇ। ਇਹੋ ਜਿਹਾ ਵੀ ਸਮਾਂ ਸੀ ਕਿ ਜਦੋਂ ਲੈ ਕੇ ਆਉਣੇ ਲੋਕਾਂ ਨੇ ਗੱਡੀ ਦੀ ਪਿਛਲੀ ਸੀਟ ਦੇ ਉੱਤੇ ਹੀ ਉੱਤੇ ਦੀ ਉੱਤੇ ਸਰੂਪ ਧਰ ਕੇ ਇਕੱਲੇ ਜਾਣੇ ਨਹੀਂ ਲੈ ਆਉਣੇ। ਇਹੋ ਜਿਹਾ ਫਿਰ ਜਦੋਂ ਜ਼ਿਆਦੇ ਹੋਇਆ ਫਿਰ ਸਾਰਾ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਹੋਈਆਂ ਵੀ ਉਨੀ ਇਹ ਸੇਵਾ ਸੰਭਾਲ ਵੀ ਨਹੀਂ ਕਰਦੇ। ਜਦੋਂ ਛਪਾਈ ਕਰਦੇ ਆ ਉਦੋਂ ਠੇਕੇ ਤੇ ਕਰਵਾਉਂਦੇ ਨੇ, ਬਈਏ ਵਗੈਰਾ ਕਰਦੇ ਆ, ਨਸ਼ੇ ਪੱਤੇ ਕਰਦੇ ਨੇ। ਫਿਰ ਜਿੱਥੇ ਅੰਗ ਕੋਈ ਦੇਖਿਆ ਵੀ ਕੋਈ ਲਾਂ ਦਲਾਂ ਠੀਕ ਨਹੀਂ ਛਪੀ, ਉਹ ਹੀ ਰੁਲੀ ਜਾਂਦੇ, ਕਿਤੇ ਉੱਥੇ ਸਿੱਟ ਕਿਤੇ ਉੱਧਰ, ਇਉਂ ਦੁਕਾਨਾਂ ਵਿੱਚ ਫਿਰ ਆਪਦੀ ਮਰਜ਼ੀ ਨਾਲ ਹੀ ਉਹ ਜਿੱਥੇ ਜੀ ਕਰਦਾ ਹੀ ਸੰਸਕਾਰ ਕਰੇ ਆਉਂਦੇ ਸੀ। ਇਸ ਕਰਕੇ ਬਹੁਤ ਸ਼ਿਕਾਇਤਾਂ ਮਿਲਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕਰਤਾ ਵੀ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਕੋਈ ਵੀ ਹੋਰ ਸਰੂਪ ਨਹੀਂ ਛਾਪੂਗਾ। ਫਿਰ ਸ਼੍ਰੋਮਣੀ ਕਮੇਟੀ ਨੇ ਪ੍ਰੈਸ ਤਾਂ ਪਹਿਲਾਂ ਹੀ ਲਾਈ ਸੀ, ਚਲੋ ਹੋਰ ਬਹੁਤ ਵਧੀਆ। ਫਿਰ ਉਦੋਂ ਕਦੇ ਥੋੜਾ ਮਰਜ਼ਾਦਾ 'ਚ ਛਪਣ ਲੱਗੇ ਆ ਸਰੂਪ, ਤੇ ਹੁਣ ਤਾਂ ਬਹੁਤ ਜਿਹੜਾ ਆਪਾਂ ਵੇਖਦੇ ਆ ਇਹ ਰਾਮਸਰ ਸਾਹਿਬ ਵਾਲਾ ਸਥਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਬਣਿਆ, ਅਗਰ ਤੁਸੀਂ ਜਾਣਦੇ ਹੋ ਕਿਤੇ ਦਰਸ਼ਨ ਕਰਿਓ। ਬਹੁਤ ਸਤਿਕਾਰ ਦੇ ਨਾਲ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਉਹਨਾਂ ਨੇ ਬਿਰਾਜਮਾਨ ਕੀਤੇ ਹੋਏ ਆ, ਤੇ ਬਹੁਤ ਖਿਆਲ ਵੀ ਰੱਖਿਆ ਜਾਂਦਾ ਹੈ। ਭਾਵੇਂ ਠੀਕ ਹੈ ਮਨੁੱਖੀ ਬੁੱਧੀ ਹੈ, ਭੁੱਲਾਂ ਗਲਤੀਆਂ ਹੁੰਦੀਆਂ ਹੈ, ਪਰ ਦਿਨੋਂ ਦਿਨ ਇਸ ਗੱਲ ਵੱਲ ਬਹੁਤ ਧਿਆਨ ਹੈ। ਐਵੇਂ ਬਿਨਾਂ ਅਰਥ ਤੋਂ ਲੋਚਣਾ ਜਿੰਨੀ ਮਰਜ਼ੀ ਕਰੀ ਚੱਲੋ ਵੱਖਰੀ ਗੱਲ ਹੈ, ਪਰ ਫਿਰ ਵੀ ਇਹ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਕਮੇਟੀ ਇਸ ਗੱਲ ਦਾ ਬਹੁਤ ਧਿਆਨ ਰੱਖਦੀ ਜ਼ਰੂਰ ਹੈ। ਕੋਈ ਨਾ ਕੋਈ ਮੁਲਾਜ਼ਮ ਕੋਈ ਗਲਤੀ ਵਿੱਚ ਕਰ ਜਾਂਦੇ ਨੇ, ਉਹ ਫਿਰ ਇਉਂ ਹੁੰਦਾ ਜਿਵੇਂ ਪਿੱਛੇ ਜੇ ਕੁਝ ਸਰੂਪਾਂ ਦਾ ਜਿਵੇਂ ਹੁਣ ਤੱਕ ਰੌਲਾ ਪੈਂਦਾ ਨਾ ਵੀ ਉਹ ਸਰੂਪ ਪਤਾ ਨਹੀਂ ਲੱਗਦਾ ਜੀ ਕਿੱਥੇ ਗਏ। ਉਹ ਅਸਲ ਵਿੱਚ ਇਉਂ ਸੀ ਵੀ ਉਹਨਾਂ ਖਰਚੇ 'ਚ ਮੁਲਾਜ਼ਮ ਕੋਈ ਇਹੋ ਜਿਹੇ ਆਏ ਵਿੱਚ ਉਹ ਪੈਸੇ ਖਾ ਗਏ, ਸਰੂਪ ਛਾਪੇ ਹੀ ਨਹੀਂ, ਕਾਗਜ਼ਾਂ ਤੇ ਦਿਖਾਤੇ ਕਿਸੇ ਛਾਪ ਤੇ। ਉਹ ਫਿਰ ਹੁਣ ਰੌਲਾ ਪਈ ਜਾਂਦਾ। ਉਹ ਅਸਲ ਕਹਾਣੀ ਇਹ ਹੈ ਵੀ ਉਹ ਕਿਤੇ ਵੀ ਨਹੀਂ ਗਏ ਸਰੂਪ, ਉਹ ਛਪੇ ਹੀ ਨਹੀਂ ਹੈ, ਉਹਨਾਂ ਨੇ ਕਾਗਜ਼ਾਂ 'ਚ ਹੀ ਬਸ ਉਹ ਆਪਦਾ ਪੈਸਾ। ਫਿਰ ਉਹਨਾਂ ਨੂੰ ਚਲੋ ਸਜ਼ਾ ਵੀ ਮਿਲੀ ਤੇ ਉਹਨਾਂ ਤੇ ਕੇਸ ਵੀ ਦਰਜ ਹੋਏ। ਕਹਿਣ ਦਾ ਭਾਵ ਹੈ ਕਿ ਇਉਂ ਉਹ, ਪਰ ਫਿਰ ਵੀ ਹੁਣ ਗੁਰਸਿੱਖਾਂ ਦੀ ਡਿਊਟੀ ਹੈ। ਦੇਖੋ ਕਿੰਨਾ ਸਮਾਂ ਪਹਿਲਾਂ ਮਹਾਰਾਜ ਨੇ ਐਸੇ ਭਵਿੱਖਤ ਬਚਨ ਕੀਤੇ, ਮੁੰਦਰਤ ਕਲ ਬਹੁ ਜਗਤ ਚਲਾਵੇ, ਕਿ ਇੱਕ ਇਸ ਤਰ੍ਹਾਂ ਦੀਆਂ ਮੁੰਦਰਤ ਕਲਾ ਜਿਹੜੀ ਆ ਉਹ ਜਗਤ ਵਿੱਚ ਬਹੁਤ ਚੱਲਣਗੀਆਂ। ਭਾਵ ਜਗ੍ਹਾ ਜਗ੍ਹਾ ਤੇ ਪ੍ਰੈਸਾਂ ਲੱਗ ਜਾਣਗੀਆਂ।
ਤਾ ਮਹਿ ਗ੍ਰੰਥ ਬਹੁਤ ਛਪ ਜਾਈ। ਮਹਾਰਾਜ ਕਹਿੰਦੇ ਭਾਈ ਬੰਨੋ ਨਾ ਵਿੱਚ ਬਹੁਤ ਗ੍ਰੰਥ ਫਿਰ ਛਾਪਣਗੇ। ਹੋਵੇ ਬੇਅਦਬੀ ਪੰਥ ਘਟਾਈ। ਫਿਰ ਸਮਾਂ ਆਵੇਗਾ ਭਾਈ ਬੰਨੋ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਸ਼ੁਰੂ ਹੋ ਜਾਣੀ ਹੈ। ਬੇਅਦਬੀ ਕਰਨਗੇ ਜੋ ਪੰਥ ਦੇ ਵਿੱਚ ਬਹੁਤ ਘਾਟਾ ਪਵੇਗਾ। ਅਧੋ ਗਤੀ ਨਿਤ ਪ੍ਰਤ ਚੱਲ ਜਾਵੇ। ਨਿਤਾ ਪ੍ਰਤੀ ਇਹੋ ਜਿਹਾ ਹਾਲ ਹੋਊ, ਪੰਥ ਜਿਹੜਾ ਅਧੋਗਤੀ ਵਿੱਚ ਨੂੰ ਚਲਿਆ ਜਾਊਗਾ। ਅੱਜ ਆਪਾਂ ਵੇਖ ਰਹੇ ਹਾਂ ਐਸਾ ਉਹ ਸਮਾਂ ਭਵਿੱਖ ਦਾ ਜਿਹੜਾ ਹੁਣ ਆਪਾਂ ਕੁਝ ਸਾਲਾਂ ਤੋਂ ਖਾਸ ਕਰਕੇ 14-15 ਤੋਂ ਇਹੋ ਜਿਹਾ ਦੌਰ ਚੱਲ ਪਿਆ ਵੀ ਕੋਈ ਆਪਾਂ ਇੱਕ ਸਰਕਾਰ ਬਦਲ ਦੂਜੀ ਆ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਸਿਆਸਤਾਂ ਕਰ ਕਰਕੇ ਲੀਡਰਾਂ ਨੇ ਆਪਦੀਆਂ ਸਰਕਾਰਾਂ ਦਾ ਹੋ ਗਈਆਂ, ਪਰ ਬੇਅਦਬੀਆਂ ਦਾ ਜਿਹੜਾ ਦੌਰ ਹੈ ਉਹ ਘਟਣ ਦੀ ਬਜਾਏ ਵਧਿਆ। ਤੇ ਮਹਾਰਾਜ ਕਹਿਣ ਲੱਗੇ ਕਿ ਇਸ ਤਰ੍ਹਾਂ ਦਾ ਹਾਲ ਹੋ ਜੂ, ਪੰਥ ਦੇ ਵਿੱਚ ਘਾਟਾ ਹੋਊ, ਪੰਥ ਦੇ ਵਿੱਚ ਕਿਉਂ ਆਪਸ ਵਿੱਚ ਖੇਰੂ ਹੋਣਗੇ। ਅਧੋਗਤੀ ਨਿਤ ਪ੍ਰਤ ਚੱਲ ਜਾਵੇ। ਨਿਤਾ ਪ੍ਰਤੀ ਪੰਥ ਜਿਹੜਾ ਹੈ ਉਹ ਅਧੋਗਤੀ ਭਾਵ ਨੀਚ ਗਤੀ, ਨੀਵੇਂ ਪੱਧਰ ਤੇ ਚਲਿਆ ਜਾਊ। ਜਿਵੇਂ ਹੁਣ ਤੁਸੀਂ ਦੇਖ ਲਓ ਵੀ ਬਹੁਤ ਨੀਵੇਂ ਪੱਧਰ ਦੇ ਉੱਤੇ ਇੱਕ ਦੂਜੇ ਤੇ ਜਿਹੜਾ ਹੈ ਦੋਸ਼ ਲੱਗਦੇ ਆ। ਇਹ ਹਾਲਤ ਹੋਣਗੇ। ਤਬ ਕੋ ਗੁਰਮੁਖ ਜਗ ਪ੍ਰਗਟਾਵੇ। ਫੇਰ ਮਹਾਰਾਜ ਕਹਿੰਦੇ ਭਾਈ ਬੰਨੋ ਕੋਈ ਇੱਕ ਗੁਰਮੁਖ ਪੁਰਸ਼ ਜਗਤ ਦੇ ਵਿੱਚ ਪ੍ਰਗਟ ਹੋਵੇਗਾ। ਸਭੈ ਬੇਅਦਬੀ ਦੇਹ ਹਟਾਏ। ਉਹ ਫਿਰ ਸਾਰੀ ਇਹ ਜਿਹੜੀ ਬੇਅਦਬੀ ਹੁੰਦੀ ਹੈ ਨਾ ਉਹਨੂੰ ਹਟਾ ਦੇਵੇਗਾ। ਇਹ ਐਸਾ ਹੋਣਾ ਜੇ ਆਪਾਂ ਕਿ ਸਰਕਾਰਾਂ ਕਰਨਾ ਨਾ, ਇਹਨਾਂ ਨੇ ਤਾਂ ਸਿਆਸਤ ਕਰਨੀ ਹੈ ਤਾਂ ਮਸਾਂ ਮੌਕਾ ਮਿਲਦਾ ਇਹਨਾਂ ਨੂੰ ਇਹ ਜਾਂ ਕੁਛ। ਅਸਲ ਵਿੱਚ ਤਾਂ ਇਹ ਮਹਾਰਾਜ ਦੇ ਬਚਨ ਹੈ। ਤਬ ਕੋ ਗੁਰਮੁਖ ਜਗ ਪ੍ਰਗਟਾਵੇ। ਕੋਈ ਗੁਰਮੁਖ ਹੋਊ ਇੱਕ ਜਗਤ ਦੇ ਵਿੱਚ ਪ੍ਰਗਟ ਹੋਊਗਾ। ਸਭੈ ਬੇਅਦਬੀ ਦੇਹ ਹਟਾਏ। ਉਹ ਸਾਰੀ ਫਿਰ ਇਹ ਬੇਅਦਬੀ ਹਟਾ ਦੇਵੇਗਾ। ਆਦਬ ਮਰਯਾਦਾ ਜਗ ਵਿਦਤਾਏ। ਫਿਰ ਜਗਤ ਦੇ ਵਿੱਚ ਬਹੁਤ ਆਦਬ ਵਾਲੀ, ਸ਼ਰਧਾ ਭਾਵਨਾ ਵਾਲੀ ਮਰਯਾਦਾ ਨੂੰ ਜਗਤ ਵਿੱਚ ਪ੍ਰਗਟ ਕਰੇਗਾ। ਤਬ ਬਹੁ ਪੰਥ ਵਿਧੈ ਜਗ ਮਾਹੀ। ਫਿਰ ਮਹਾਰਾਜ ਕਹਿੰਦੇ ਜਗਤ ਦੇ ਵਿੱਚ ਜਿਹੜਾ ਪੰਥ ਹੈ ਇਹਦਾ ਬਹੁਤ ਵਾਧਾ ਹੋਊਗਾ। ਐਸਾ ਗ੍ਰੰਥਾਂ ਵਿੱਚ ਆਉਂਦਾ ਹੈ 100 ਸਾਖੀਆਂ ਵਿੱਚ ਕਿ ਅਨੰਦਪੁਰ ਸਾਹਿਬ ਤੋਂ ਆਏ ਕੀਰਤਪੁਰ ਹੋਰ ਸਾਰਾ ਇਲਾਕਾ ਖਾਲਸਾ, ਹੁਣ ਜਿਵੇਂ ਆਪਾਂ ਕਹਿੰਦੇ 2 ਕਰੋੜ 2, ਇਹ ਜਿਹੜਾ ਪੁਰਾਤਨ ਨਾ ਜਦੋਂ ਨਿਹੰਗ ਸਿੰਘਾਂ ਬਾਰੇ ਤੁਸੀਂ ਪੜ੍ਹਦੇ ਹੋ 96 ਕਰੋੜੀ ਲਿਖਦੇ ਆ। ਉਹ ਕਹਿੰਦੇ ਵੀ ਐਵੇਂ ਨੀਚਤਾ ਜੀ ਜਾਂ ਢੈਂਦੀ ਕਲਾ ਵਾਲੀ ਗੱਲ ਨਹੀਂ ਕਰਨੀ ਵੀ ਸਾਡੀ ਗਿਣਤੀ 2 ਕਰੋੜ ਹੈ। ਖਾਲਸਾ 96 ਕਰੋੜੀ ਹੈ। ਇਹ ਹੋਣਾ ਹੀ ਹੋਣਾ ਹੈ। ਇਹਦੇ ਵਿੱਚ ਕੋਈ, ਕਿਉਂਕਿ ਇਹਨੂੰ ਕੋਈ ਰੋਕ ਨਹੀਂ ਸਕਦਾ, ਚਾਹੇ ਕਿੰਨੀਆਂ ਕੋਈ ਸਰਕਾਰਾਂ ਆ ਜਾਣ, ਕਿਹੋ ਜਿਹੇ ਮਰਜ਼ੀ ਵਿਰੋਧੀ ਆ ਜਾਣ, ਇਹ ਹੋਣਾ ਹੈ। ਭਵਿੱਖ ਦੇ ਬਚਨ ਹਨ। ਤੇ ਸਭੈ ਬੇਅਦਬੀ ਦੇਹ ਹਟਾਏ। ਅਦਬ ਮਰਯਾਦਾ ਜਗ ਵਿਦਤਾਏ। ਜਗ ਵਿੱਚ ਬਹੁਤ ਅਦਬ ਭਾਵਨਾ, ਸ਼ਰਧਾ ਵਾਲੀ ਜਿਹੜੀ ਮਰਯਾਦਾ ਹੈ ਉਹ ਜਗਤ ਵਿੱਚ ਪ੍ਰਗਟ ਹੋਵੇਗੀ। ਤਬ ਬਹੁ ਪੰਥ ਵਿਧੈ ਜਗ ਮਾਹੀ। ਤਦ ਭਾਈ ਜਗਤ ਵਿੱਚ ਜਿਹੜਾ ਪੰਥ ਹੈ ਬਹੁਤ ਵਧੇਗਾ। ਹੋਏ ਪ੍ਰਤਾਪ ਵੱਡ ਕਹੇ ਉਹ ਨਾ ਜਾਹੀ। ਤੇ ਇੰਨਾ ਵੱਡਾ ਪ੍ਰਤਾਪ ਹੋ ਜੂ ਖਾਲਸੇ ਪੰਥ ਦਾ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਆਸ ਕਹਿ ਸਤਿਗੁਰ ਦੀਨਾ ਨਾਥ। ਇਸ ਤਰ੍ਹਾਂ ਕਹਿ ਕੇ ਭਾਈ ਦੀਨਾਨਾਥ ਗਰੀਬਾਂ ਦੇ ਮਾਲਕ ਸਤਿਗੁਰੂ ਜੀ ਲਿਖਣ ਲਈ ਸੋ ਸੁੰਦਰ ਹਾਥ। ਜੋ ਲਿਖਣ ਵਾਸਤੇ ਫਿਰ ਮਹਾਰਾਜ ਨੇ ਆਪਣੇ ਸੋਹਣੇ ਸੁੰਦਰ ਹੱਥਾਂ ਦੇ ਨਾਲ ਕਲਮ ਫੜੀ ਹੈ। ਦਸਖਤ ਦੋਨੋਂ ਪਰ ਕਰ ਦੀਨੇ। ਦੋਵਾਂ ਦੇ ਉੱਤੇ ਹੀ ਮਹਾਰਾਜ ਨੇ ਦਸਤਖਤ ਕਰ ਦਿੱਤੇ। ਜੁਗਲ ਗ੍ਰੰਥ ਜਗ ਮਹਿ ਪ੍ਰਗਟੀਨੇ। ਫਿਰ ਉਸੇ ਸਮੇਂ ਹੀ 2 ਗ੍ਰੰਥ ਜਗਤ ਦੇ ਵਿੱਚ ਪ੍ਰਗਟ ਹੋਏ। ਰੂਪ ਏਕ ਕਛ ਭੇਦ ਨ ਭਾਈ। ਰੂਪ ਇੱਕੋ ਹੀ ਹੈ, ਕੋਈ ਭਾਈ ਭੇਦ ਨਹੀਂ ਹੈ। ਜਿਨ ਜਾਨਾ ਤਿਨ ਸਿੱਖ ਪਦ ਪਾਈ। ਜਿਨ੍ਹਾਂ ਨੇ ਇੱਕ ਰੂਪ ਜਾਣ ਲਿਆ ਹੈ,
ਉਹਨਾਂ ਨੇ ਭਾਈ ਸਿੱਖੀ ਪਦ ਦੀ ਪ੍ਰਾਪਤੀ ਕਰ ਲਈ। ਸੁਨਤ ਪਠਤ ਜਿਸ ਹਿਰਦੈ ਬਸਾਈ, ਜਿਸ ਨੇ ਵੀ ਦੇਖੋ ਸੁਣ ਕੇ ਪੜ੍ਹ ਕੇ ਆਪਣੇ ਮਨ ਹਿਰਦੇ ਵਿੱਚ ਵਸਾ ਲਏ। ਤਿਨ ਪਰ ਕਬ ਪੁਨ ਧੁਨ ਬਲ ਜਾਈ, ਤੇ ਉਸ ਉੱਤੇ ਕਵੀ ਕਹਿੰਦਾ ਮੈਂ ਬਾਰ-ਬਾਰ ਭਾਈ ਬਲਿਹਾਰ ਜਾਂਦਾ ਹਾਂ। ਬਹੁਰ ਤਿਹਾਵਲ ਗੁਰ ਮੰਗਵਾਇਓ। ਫਿਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਤਿਹਾਵਲ ਕੜਾਹ ਪ੍ਰਸ਼ਾਦ ਮੰਗਵਾਇਆ ਹੈ। ਦਰਸ਼ਨ ਪੌਰ ਬਾਜ ਬਜਵਾਇਓ। ਬਾਜ ਨਾਮ ਇੱਥੇ ਨਗਾਰੇ ਦਾ ਹੈ। ਦਰਸ਼ਨੀ ਦਰਵਾਜੇ ਪੌ ਜਿਹੜੀ ਹੈ ਡਿਉੜੀ ਤੇ ਨਗਾਰਾ ਬਜਵਾਇਆ ਹੈ। ਲੱਗਿਓ ਦੀਵਾਨ ਬਹੁਤ ਤੇ ਕਾਲਾ, ਉਸ ਸਮੇਂ ਬਹੁਤ ਸਮਾਂ ਦੀਵਾਨ ਲੱਗਿਆ। ਰਾਗੀ ਗਾਵੇ ਸ਼ਬਦ ਰਸਾਲਾ, ਜਿਹੜੇ ਰਾਗੀ ਹਨ ਉਹ ਰਸ ਵਾਲੇ ਰਸਦਾਇਕ ਸ਼ਬਦ ਗਾਉਂਦੇ ਨੇ, ਭਾਵ ਉਹ ਸ਼ਬਦ ਜਿਹੜੇ ਰਸ ਨਾਲ ਭਰਪੂਰ ਹਨ। ਹੁਣ ਸ਼ਬਦਾਂ ਦੇ ਵਿੱਚ ਤਾਂ ਗੁਰਮੁਖੋ ਰਸ ਹੀ ਰਸ ਹੈ, ਪਰ ਜੇ ਹਿਰਦੇ ਵਿੱਚ ਗਾਉਣ ਵਾਲੇ ਦੇ ਰਸ ਨਹੀਂ ਹੈ, ਇਸ ਕਰਕੇ ਫਿਰ ਉਹ ਦੇਖੋ ਆਪਾਂ ਹੁਣ ਆਮ ਸੁਣਦੇ ਕਿਸੇ ਕੋਈ ਗਾ ਰਿਹਾ ਬੜਾ ਰਸ ਆਉਂਦਾ ਹੈ, ਕਿਸੇ ਤੋਂ ਨਹੀਂ ਆਉਂਦਾ। ਤੇ ਇਸੇ ਤਰ੍ਹਾਂ ਹੀ ਵਕਤ ਇਹ ਹੈ ਜੋ ਉਹਦਾ ਕਾਰਨ ਕੀ ਆ। ਹੁਣ ਬਹੁਤ ਹੋ ਗਏ, ਜਿਹਨੂੰ ਮਰਜ਼ੀ ਤੁਸੀਂ ਦੇਖੋ ਹਰੇਕ ਜਿਹੜਾ ਹੈ ਉਹ ਕਥਨ ਕਰਨ ਲੱਗਿਆ ਹੋਇਆ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਪਰ ਹੁਣ ਭਾਈ ਰਿਵਾਜ ਬਣ ਗਿਆ ਹੈ ਕਿਉਂਕਿ ਧੰਦਾ ਟੈਪ ਸਿਸਟਮ ਹੋ ਗਿਆ। ਤੇ ਪਰ ਮਹਾਰਾਜ ਨੇ ਜਿਹੜਾ ਹੈ ਨਾ ਇਹ ਸਾਨੂੰ ਗੁਰਮੁਖਾਂ ਦੀ ਪਹਿਲਾਂ ਜੀਵਨ ਬਣਾਉਣ ਵਾਸਤੇ ਉਪਦੇਸ਼ ਦਿੱਤਾ, ਤਾਂ ਇਹਦੇ ਲਈ ਆਪਾਂ ਨੂੰ ਕਦਮ ਦਰ ਕਦਮ ਚੱਲਣਾ ਚਾਹੀਦਾ ਹੈ। ਕੁਝ ਗੁਰਮੁਖਾਂ ਐਸੇ ਫਿਰ ਕਈ ਕਥਾ ਕਰਨੀ ਹੈ ਤਾਂ ਕੁਝ ਸ਼ਬਦਾਂ ਦਾ ਅਭਿਆਸ ਪਹਿਲਾਂ ਕਰੋ, ਇੰਨੇ ਲੱਖ ਪਾਠ ਇਹਦਾ ਕਰੋ ਇੰਨੇ, ਫੇਰ ਕੋਈ ਅੰਤਰਾਤਮੇ ਕਿਰਪਾ ਹੁੰਦੀ ਹੈ, ਫੇਰ ਗੁਰਮੁਖੋ ਜਿਹੜਾ ਹੈ ਰਸ ਬਣਦਾ ਹੈ। ਤੋ ਮਹਾਰਾਜ ਦੀ ਕਿਰਪਾ ਸਦਕਾ ਜਿਹੜਾ ਵੀ ਕੋਈ ਪ੍ਰਾਣੀ ਹੈ, ਚਾਹੇ ਕਿਸੇ ਨੇ ਵੀ ਕਥਨ ਕਰਨਾ ਹੈ, ਉਹਦੇ ਲਈ ਜ਼ਰੂਰੀ ਹੈ ਅਭਿਆਸ, ਜ਼ਰੂਰੀ ਹੈ ਸ਼ਬਦ ਅਭਿਆਸ। ਤੇ ਉਹਨੂੰ ਐਵੇਂ ਅੱਜ ਕੱਲ ਤਾਂ ਹੁਣ ਕਹਿੰਦੇ ਜੀ ਇਹ ਤਾਂ ਐਵੇਂ ਗਿਣਤੀਆਂ ਮਿਣਤੀਆਂ ਵਿੱਚ ਪੈ ਗਏ, ਜਾਂ ਉਹ ਫਿਰ ਨਹੀਂ ਕੁਛ ਵੀ ਉਹ ਸਵਾਰ ਨਹੀਂ ਸਕਦੇ ਹਨ ਕੌਮ ਦਾ ਕੁਛ ਵੀ, ਪੰਥ ਦਾ। ਇਸ ਕਰਕੇ ਅੱਜ ਐਸਾ ਲੋਕਾਂ ਨੇ ਅਧੋਗਤੀ ਵਿੱਚ ਪੰਥ ਨੂੰ ਪਾਇਆ ਹੋਇਆ। ਤੇ ਹੁਣ ਸਮਾਂ ਮੂਹਰੇ ਆਵੇਗਾ ਕਿ ਗੁਰਮੁਖ ਕੋਈ ਐਸਾ ਜਿਹਨੇ ਸਹਾਰਾ ਫਿਰ ਇਹ ਜਿਹੜਾ ਸ਼ਰਧਾ ਭਾਵਨਾ ਵਾਲੀ ਮਰਜ਼ਾਦਾ ਹੀ ਚਲਾਈ ਜਾਊਗੀ। ਜਿਹੜੀ ਹੁਣ ਤਰਕ ਵਾਲੀ ਮਰਜ਼ਾਦਾ ਹੈ ਇਹਦਾ ਕੋਈ ਨਹੀਂ ਬਾਤ ਪੁੱਛੇਗਾ। ਤੇ ਮਹਾਰਾਜ ਕਿਰਪਾ ਕਰਨਗੇ। ਤੇ ਮਹਾਰਾਜ ਨੇ ਉਸ ਸਮੇਂ ਹੁਕਮ ਕੀਤਾ, ਦੀਵਾਨ ਲੱਗਿਆ, ਰਾਗੀ ਗਾਵੇ ਸ਼ਬਦ ਰਸਾਲਾ, ਰਾਗ ਗਾਇਨ ਕਰਨ ਵਾਲੇ ਰਸਦਾਇਕ ਸ਼ਬਦ ਗਾ ਰਹੇ ਹਨ। ਸ੍ਰੀ ਬੁੱਢੇ ਸੰਗ ਗੁਰੂ ਅਲਾਇਓ। ਫਿਰ ਬਾਬਾ ਬੁੱਢਾ ਜੀ ਨੂੰ ਸਤਿਗੁਰਾਂ ਨੇ ਬਚਨ ਕਹੇ, ਭਾਈ ਗ੍ਰੰਥੀ ਤੁਝੈ ਬਨਾਇਓ। ਤੇ ਹੇ ਬਾਬਾ ਬੁੱਢਾ ਜੀ ਤੁਹਾਨੂੰ ਗ੍ਰੰਥੀ ਬਣਾਇਆ ਜਾਂਦਾ ਹੈ। ਅਬ ਪ੍ਰਿਅੰਕੀ ਖੂਬ ਡਸਾਵੋ। ਹੁਣ ਸੋਹਣਾ ਸੁੰਦਰ ਜਿਹੜਾ ਪ੍ਰਿਅੰਕੀ ਮੰਜੀ ਜਿਹੜੀ ਹੈ ਉਹ ਡਾਹੋ। ਅਤ ਸੁੰਦਰ ਰੁਮਾਲ ਲਗਾਵੋ। ਬਹੁਤ ਹੀ ਸੋਹਣੇ ਸੁੰਦਰ ਰੁਮਾਲੇ ਜਿਹੜੇ ਹਨ ਉਹ ਲਾਉਣਾ ਕਰੋ। ਉੱਪਰ ਰੁਚਰ ਚੰਦੋਆ ਤਾਨੋ। ਉੱਤੇ ਸੋਹਣਾ ਸੁੰਦਰ ਚੰਗਾ ਇੱਕ ਚੰਦੋਆ ਤਾਣੋ। ਗ੍ਰੰਥ ਸਾਹਿਬ ਪ੍ਰਕਾਸ਼ਨ ਠਾਨੋ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰੋ। ਸਤਿਗੁਰ ਕਹਾ ਤਥਾ ਬ੍ਰਿਧ ਕੀਨ। ਜੋ ਸਤਿਗੁਰੂ ਨੇ ਕਿਹਾ ਬਾਬਾ ਬੁੱਢਾ ਜੀ ਨੇ ਉਸੇ ਤਰ੍ਹਾਂ ਕੀਤਾ। ਪ੍ਰਥਮ ਬੀੜ ਸ੍ਰੀ ਗ੍ਰੰਥਹਿ ਲੀਨ। ਤੋ ਸੁਭਾਏਮਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲਾਂ ਇਹ ਬੀੜ ਜੋ ਸਰੂਪ ਲਏ ਹਨ। ਪਲਗੀ ਪਰ ਤਬ ਰੱਖਾ ਬਨਾਏ। ਤੋ ਮੰਜੀ ਸਾਹਿਬ ਪਲੰਗ ਪਰ ਚੰਗੀ ਤਰ੍ਹਾਂ ਬਣਾ ਕਰਕੇ ਸਥਾਪਿਤ ਪ੍ਰਕਾਸ਼ ਕੀਤੇ। ਸ੍ਰੀ ਸਤਿਗੁਰ ਮੁਖ ਸ਼ਬਦ ਅਲਾਏ। ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਮੁਖੋਂ ਇਉਂ ਸ਼ਬਦ ਪੜ੍ਹੇ ਹਨ।
ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਇਹ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਚਾਹੁੰਦਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਗੁਰੂ ਜੀ ਤੁਹਾਡੇ ਦਰਸ਼ਨ ਦੇਖ ਕੇ ਅਸੀਂ ਜਿਉਂਦੇ ਹਾਂ। ਪੂਰਨ ਕਰਮ ਹੋਵੇ ਪ੍ਰਭ ਮੇਰਾ। ਪੂਰਨ ਕਰਮ ਹੋਏ, ਜੋ ਮਹਾਰਾਜ ਦੀ ਬਾਣੀ ਚਾਹੁੰਦਾ ਕਿ ਸਾਡਾ ਜਿਹੜਾ ਪੂਰਨ ਕਰਮ ਹੋਏ ਪ੍ਰਭ ਮੇਰਾ ਮਹਾਰਾਜ ਜੀ, ਫੇਰ ਹੀ ਕਰਮ ਸਾਡਾ ਪੂਰਨ ਹੈ। ਤੁਹਾਡੇ ਜਾਂ ਪੂਰਨ ਕਰਮ ਬਖਸ਼ਿਸ਼ ਨੂੰ ਵੀ ਕਹਿੰਦੇ ਆ। ਚਲੋ ਰਹੋ, ਆਪਾਂ ਬਾਣੀ ਵਿਚਾਰ ਦੇ ਵਿੱਚ ਵਿਚਾਰ ਸਕਦੇ ਆ। ਮਹਾਰਾਜ ਨੇ ਇਸ ਤਰ੍ਹਾਂ ਭਾਈ ਸ਼ਬਦ ਪੜ੍ਹੇ, ਸਭ ਸੰਗਤ ਗੁਰ ਪਾਛੇ ਗਾਵੇ। ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਨਾਲ ਗਾਉਂਦੀਆਂ ਹਨ। ਬਹੁ ਵਿਧ ਮਨ ਉਤਸ਼ਾਹ ਵਢਾਵੇ। ਬਹੁਤ ਤਰ੍ਹਾਂ ਕਰਕੇ ਮਨ ਵਿੱਚ ਉਤਸ਼ਾਹ ਵਧਾਉਂਦੇ ਨੇ। ਅਸ ਵਿਧ ਬਹੁਤ ਸ਼ਬਦ ਧੁਨ ਲਾਈ। ਇਸ ਤਰ੍ਹਾਂ ਬਹੁਤ ਸ਼ਬਦਾਂ ਦੀ ਧੁਨੀ ਲਾਈ ਗਈ, ਸ਼ਬਦ ਪੜ੍ਹੇ ਗਏ ਹਨ। ਪੂਰਨ ਭਇਓ ਆਏ ਅਬ ਧਿਆਏ। ਤੇ ਹੁਣ ਭਾਈ ਇਹ ਜਿਹੜਾ ਧਿਆਏ ਹੈ ਕਿ ਗੁਰੂ ਮਹਾਰਾਜ ਦੇ ਪਾਵਨ ਸਰੂਪ ਭਾਦਰੋਂ ਸੁਦੀ ਏਕਮ 1661 ਬਿਕਰਮੀ ਨੂੰ ਗੁਰੂ ਮਹਾਰਾਜ ਦੇ ਜੋ ਸਰੂਪ ਹੈ ਉਹ ਗੁਰਮੁਖੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਲਾ ਕਰਕੇ ਪ੍ਰਕਾਸ਼ ਕਰ ਦਿੱਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ। ਇੱਥੇ ਇਹ ਸੰਤ ਰੇਣ ਜੀ ਕਹਿੰਦੇ ਅਧਿਆਇ ਵੀ ਪੂਰਨ ਹੋ ਗਿਆ। ਬਾਬਾ ਬੁੱਢਾ ਜੀ ਜੋ ਗ੍ਰੰਥੀ ਬਣੇ ਤੇ ਫਿਰ ਗੁਰਮੁਖੋ ਜੋ ਮਹਾਰਾਜ ਪਹਿਲਾ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣਾਇਆ ਰਾਮ। ਉਹ ਕੱਲ ਦੇ ਸਮੇਂ ਵਿੱਚ ਆਪਾਂ ਵਿਚਾਰ ਕਰਾਂਗੇ। ਮਹਾਰਾਜ ਨੇ ਇਹ ਕਿਰਪਾ ਕੀਤੀ ਤੇ ਜਿਹੜਾ ਵੀ ਕੋਈ ਸ਼ਰਧਾ ਤੇ ਭਾਵਨਾ ਨਾਲ ਗੁਰੂ ਸਾਹਿਬ ਦੀ ਸੇਵਾ ਕਰ ਲਵੇਗਾ, ਮਹਾਰਾਜ ਦੀ ਉਹਦੇ ਤੇ ਕਿਰਪਾ ਹੋ ਜਾਂਦੀ ਹੈ। ਮਹਾਰਾਜ ਆਪ ਹੀ ਸਾਰੀਆਂ ਵਿਧੀਆਂ ਬਣਾਉਂਦੇ ਨੇ, ਕਿਉਂਕਿ ਸਾਡੇ ਅੰਦਰ ਦੀ ਜਿਹੜਾ ਹੈ ਉਹ ਸਭ ਮਹਾਰਾਜ ਜਾਣਦੇ ਹੈ। ਬਾਹਰੋਂ ਆਪਾਂ ਚਾਹੇ ਮੈਂ ਚਾਹ ਕੋਈ ਵੀ ਹੈ, ਆਪਾਂ ਕੁਝ ਵੀ ਬਣ ਦਿਖਾਵਾਂਗੇ। ਅੰਦਰ ਦੀ ਬਿਰਤੀ ਜਿਹੜੀ ਹੈ, ਕਿਉਂਕਿ ਜਦੋਂ ਮਹਾਰਾਜ ਨੇ ਉਹ ਸਾਡਾ ਅੰਦਰ ਪੜ੍ਹਦੇ ਹੈ ਗੁਰਮੁਖੋ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਬਹੁਤ ਭਾਵਨਾ ਤੇ ਸ਼ਰਧਾ ਅਰਦਾਸ ਬੇਨਤੀ ਮਹਾਰਾਜ ਦੇ ਚਰਨਾਂ 'ਚ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਡੀ ਭਾਵਨਾ ਸ਼ਰਧਾ ਹੋਰ ਪਰਪੱਕ ਹੋਵੇ। ਇਉਂ ਮਿਹਰ ਕਰੋ, ਬੰਦਗੀ ਸੇਵਾ ਤੇ ਸਿਮਰਨ ਵਾਲਾ ਜੀਵਨ ਬਖਸ਼ੋ। ਇਹ ਬੇਨਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨੀਆਂ ਚਾਹੀਦੀਆਂ। ਆਓ ਹੁਣ ਟਾਈਮ ਹੋ ਗਿਆ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪੰਚਮ ਮਹੱਲੇ ਜੋ ਪੰਜਵੇਂ ਮਹੱਲੇ ਦੀ ਕਥਾ ਹੈ। ਭਾਈ ਬੰਨੋ ਜੀ ਦੁਤੀਆ ਗ੍ਰੰਥ ਰਚਨ ਪ੍ਰਸੰਗ ਵਰਣਨ। ਜੋ ਭਾਈ ਬੰਨੋ ਜੀ ਨੇ ਦੂਜਾ ਉਤਾਰਾ ਕੀਤਾ ਗ੍ਰੰਥ ਰਚਿਆ, ਉਹ ਪ੍ਰਸੰਗ ਵਰਣਨ ਕੀਤਾ। ਨਾਮ ਅਸ਼ਟਵਿੰਸਤ ਮੰਦਰ ਹੈ। ਇਹ ਭਾਈ ਅਸ਼ਟਵਿੰਸਤ 8 ਤੇ 20 ਭਾਵ 28ਵੇਂ ਘਰ ਦਾ ਪ੍ਰਸੰਗ ਹੈ। ਤੇ ਆਓ ਟਾਈਮ ਹੋ ਗਿਆ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।